ਹਰਦਮ ਰਹਿੰਦੀ ਦਿਲਾਂ ਵਿੱਚ ਵੱਜਦੀ। ਵਾਹਿਗੁਰੂ ਤੇਰੀ ਤਾਰ ਸੱਜਣਾ, ਹਰਦਮ ਰਹਿੰਦੀ ਦਿਲਾਂ ਵਿੱਚ ਵੱਜਦੀ। ਤੇਰੀ ਤਾਰ ਸੱਜਣਾ, ਹਰਦਮ ਰਹਿੰਦੀ ਦਿਲਾਂ ਵਿੱਚ ਵੱਜਦੀ। ਤੇਰੀ ਤਾਰ ਸਜਣਾ, 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 ਹਰਦਮ ਰਹਿੰਦੀ ਦਿਲਾਂ ਵਿੱਚ ਵੱਜਦੀ। ਤੇਰੀ ਤਾਰ ਸੱਜਣਾ, ਹਰਦਮ ਰਹਿੰਦੀ ਦਿਲਾਂ ਵਿੱਚ ਵੱਜਦੀ। ਤੇਰੀ ਤਾਰ ਸੱਜਣਾ, ਹਰਦਮ ਰਹਿੰਦੀ ਦਿਲਾਂ ਵਿੱਚ ਵੱਜਦੀ। ਤੇਰੀ ਤਾਰ ਸਜਣਾ, 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 ਤਾਰ ਸੱਜਣਾ, ਤਾਰ ਸੱਜਣਾ, ਤਾਰ ਸੱਜਣਾ, ਤਾਰ ਸੱਜਣਾ। ਉਹ ਤੇਰੀ ਤਾਰ ਸਜਣਾ, ਤੇਰੀ ਤਾਰ ਸਜਣਾ, ਉਹ ਤਾਰ ਸਜਣਾ, ਤੇਰੀ ਤਾਰ ਸਜਣਾ, ਤੇਰੀ ਤਾਰ ਸਜਣਾ, ਤੇਰੀ ਤਾਰ ਸਜਣਾ, ਤਾਰ ਸਜਣਾ, ਤੇਰੀ ਤਾਰ ਸਜਣਾ, ਤਾਰ ਸੱਜਣਾ, ਤਾਰ ਸੱਜਣਾ, ਤਾਰ ਸੱਜਣਾ, ਤਾਰ ਸੱਜਣਾ। ਉਹ ਤਾਰ ਸਜਣਾ, ਤੇਰੀ ਤਾਰ ਸਜਣਾ, ਉਹ ਤਾਰ ਸਜਣਾ, ਤੇਰੀ ਤਾਰ ਸਜਣਾ, ਤੇਰੀ ਤਾਰ ਸਜਣਾ, ਤੇਰੀ ਤਾਰ ਸਜਣਾ, ਤਾਰ ਸਜਣਾ, ਤੇਰੀ ਤਾਰ ਸਜਣਾ, ਹਰਦਮ ਰਹਿੰਦੀ ਦਿਲਾਂ ਵਿੱਚ ਵੱਜਦੀ। ਤੇਰੀ ਤਾਰ ਸੱਜਣਾ, ਹਰਦਮ ਰਹਿੰਦੀ ਦਿਲਾਂ ਵਿੱਚ ਵੱਜਦੀ। ਤੇਰੀ ਤਾਰ ਸੱਜਣਾ, ਹਰਦਮ ਰਹਿੰਦੀ ਦਿਲਾਂ ਵਿੱਚ ਵੱਜਦੀ। ਤੇਰੀ ਤਾਰ ਸਜਣਾ, 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 ਅੰਦਰ ਤੂੰ ਹੈ, ਬਾਹਰ ਤੂੰ ਹੈ, ਰੋਮ ਰੋਮ ਵਿੱਚ ਤੂੰ। ਕਹੇ ਹੁਸੈਨ ਫਕੀਰ ਨੇ ਮਾਣਾ, ਮੈਂ ਨਾਹੀਂ ਸਭ ਤੂੰ। ਕਹੇ ਹੁਸੈਨ ਫਕੀਰ ਨੇ ਮਾਣਾ, ਮੈਂ ਨਾਹੀਂ ਸਭ ਤੂੰ। ਜੀ ਮੈਂ ਜਿੱਧਰ ਵੀ ਦੇਖਾਂ, ਵਾਹਿਗੁਰੂ ਇੱਕ ਤੂੰ
ਦਿਸਦਾ ਜਿਵੇਂ ਜਿੱਧਰ ਵੀ ਦੇਖਾਂ ਤੂੰ ਦਿਸਦਾ ਜੀ ਮੈਂ ਜਿੱਧਰ ਵੀ ਦੇਖਾਂ ਮੈਨੂੰ ਤੂੰ ਦਿਸਦਾ ਜੀ ਮੈਂ ਜਿੱਧਰ ਵੀ ਦੇਖਾਂ ਇੱਕ ਤੂੰ ਦਿਸਦਾ ਜੀ ਮੈਂ ਜਿੱਧਰ ਵੀ ਦੇਖਾਂ ਇੱਕ ਤੂੰ ਦਿਸਦਾ ਜੀ ਮੈਂ ਜਿੱਧਰ ਵੀ ਦੇਖਾਂ ਇੱਕ ਤੂੰ ਦਿਸਦਾ ਜਿਵੇਂ ਜਿੱਧਰ ਵੀ ਦੇਖਾਂ ਤੂੰ ਦਿਸਦਾ ਜਿਵੇਂ ਜਿੱਧਰ ਵੀ ਦੇਖਾਂ ਤੂੰ ਦਿਸਦਾ ਜੀ ਮੈਂ ਜਿੱਧਰ ਵੀ ਦੇਖਾਂ ਇੱਕ 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 ਤੂੰ ਦਿਸਦਾ ਤੂੰ ਦਿਸਦਾ ਤੂੰ ਦਿਸਦਾ ਤੁਈਓ ਤੂੰ ਦਿਸਦਾ ਤੁਈਓ ਤੂੰ ਦਿਸਦਾ ਤੁਯੋ ਤੂੰ ਦਿਸਦਾ ਤੁਈਓ ਤੂੰ ਦਿਸਦਾ ਤੂੰ ਦਿਸਦਾ ਤੂੰ ਦਿਸਦਾ ਤੁਈਓ ਤੂੰ ਦਿਸਦਾ ਤੁਈਓ ਤੂੰ ਦਿਸਦਾ ਤੁਯੋ ਤੂੰ ਦਿਸਦਾ ਤੁਈਓ ਤੂੰ ਦਿਸਦਾ ਜੀ ਮੈਂ ਜਿੱਧਰ ਵੀ ਦੇਖਾਂ ਇੱਕ ਤੂੰ ਦਿਸਦਾ ਜੀ ਮੈਂ ਜਿੱਧਰ ਵੀ ਦੇਖਾਂ ਤੂੰ ਦਿਸਦਾ ਜੀ ਮੈਂ ਜਿੱਧਰ ਵੀ ਦੇਖਾਂ ਤੂੰ ਦਿਸਦਾ ਜੀ ਮੈਂ ਜਿੱਧਰ ਵੀ ਦੇਖਾਂ ਇੱਕ ਤੂੰ ਦਿਸਦਾ ਜੀ ਮੈਂ ਜਿੱਧਰ ਵੀ ਦੇਖਾਂ ਇੱਕ ਤੂੰ ਦਿਸਦਾ ਜੀ ਮੈਂ ਜਿੱਧਰ ਵੀ ਦੇਖਾਂ ਇੱਕ ਤੂੰ ਦਿਸਦਾ ਸਭ ਘਟ ਮੇਰਾ ਸਾਈਆਂ ਹਾਲੀ ਘਟ ਨਹੀਂ ਹੋਏ ਬਲਿਹਾਰੀ ਤਿਸ ਘਟ ਕੋ ਜਾਂ ਘਟ ਪ੍ਰਗਟ ਹੋਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਸੰਤ ਮੰਡਲ ਮੰਗਲਮਈ ਮੂਰਤੀ ਮਾਤਾਵੋ ਦੇਵੀਓ ਪ੍ਰੇਮੀ ਸੱਜਣੋ ਆਪ ਸਭ ਸੰਗਤਾਂ ਬੜੇ ਹੀ ਉਤਮ ਕਰਮਾਂ ਵਾਲੇ ਹੋ ਭਾਗਾਂ ਵਾਲੇ ਹੋ ਜੋ ਕਿ ਹਰ ਸਾਲ ਦੀ ਤਰ੍ਹਾਂ ਸਤਿਪੁਰਖਾਂ ਦੀ ਯਾਦ ਦੇ ਵਿੱਚ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਮੀਹਾਂ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਹਰਭਜਨ ਸਿੰਘ ਜੀ ਮਹਾਰਾਜ, ਉਹਨਾਂ ਦੀ ਮਿੱਠੀ ਯਾਦ ਦੇ ਵਿੱਚ ਜੁੜੇ ਹੋ ਸਤਿਪੁਰਖਾਂ ਦੇ ਉਪਰਾਲੇ ਦਾ ਸਦਕਾ ਆਪ ਸਭ ਸੰਗਤਾਂ ਆਨੰਦ ਮਾਣ ਰਹੇ ਹੋ। ਬਾਬਾ ਅਮਰੀਕ ਸਿੰਘ ਜੀ ਮਹਾਰਾਜ ਜੋ ਕਿ ਹਰ ਸਾਲ ਗੁਰੂਆਂ ਪੀਰਾਂ ਦੀਆਂ ਯਾਦਾਂ, ਇਹ ਇੱਕ ਬਹਾਨਾ ਹੁੰਦਾ ਹੈ ਕਿਉਂਕਿ ਕਿਤੇ ਵੀ ਕੋਈ ਦਿਨ ਸੁੱਧ ਮਨਾਇਆ ਜਾਂਦਾ ਹੈ, ਇੱਕ ਬਹਾਨਾ ਹੁੰਦਾ ਹੈ ਕਿ ਸਾਰੇ ਲੋਕ ਇਕੱਠੇ ਹੋ ਕੇ ਰੱਬ ਦੇ ਬਖਸ਼ੇ ਹੋਏ ਪੀਰ ਫਕੀਰਾਂ ਦੇ ਕੋਲੋਂ ਜੋ ਸਤਿਗੁਰਾਂ ਦੀ ਬਾਣੀ ਕਹਿ ਰਹੀ ਹੈ ਉਹ ਸੁਣ ਲੈਣ। ਵੈਸੇ ਤਾਂ ਗੁਰੂ ਘਰਾਂ ਦੇ ਵਿੱਚ ਰੋਜ਼ ਹੀ ਪਾਠ ਚੱਲਦੇ ਨੇ, ਰੋਜ਼ ਹੀ,
ਆਪਾਂ ਅੰਦਰ ਝਾਤੀ ਮਾਰ ਕੇ ਦੇਖੋ ਵੀ ਅਸੀਂ ਬੈਠ ਕੇ ਸੁਣਦੇ ਹਾਂ? ਨਹੀਂ ਸੁਣਦੇ। ਤੇ ਜਿੱਦੇ ਸੰਗਰਾਂਦ ਹੁੰਦੀ ਹੈ ਉਹਦੇ ਮੱਥਾ ਟੇਕਣ ਚਲੇ ਜਾਂਦੇ ਆ। ਕੋਈ ਵਿਰਲੇ ਗੁਰਮੁਖ ਨੇ ਜਿਹੜੇ ਡੇਲੀ ਗੁਰੂ ਘਰ ਜਾਂਦੇ ਨੇ। ਜਾਂ ਪੁੰਨਿਆ ਹੁੰਦੀ ਹੈ, ਸੰਗਰਾਂਦ ਹੁੰਦੀ ਹੈ, ਮੱਸਿਆ ਹੁੰਦੀ ਹੈ, ਜਿੱਥੇ ਵੀ ਕੋਈ ਦਿਨ ਉਲੀਕਿਆ ਹੋਇਆ ਉੱਥੇ ਚਲੇ ਜਾਂਦੇ ਆ। ਵੈਸੇ ਇੰਨੀਆਂ ਸੰਗਤਾਂ ਜੁੜ ਕੇ ਨਹੀਂ ਬੈਠਦੇ, ਪਰ ਮਹਾਂਪੁਰਖ ਕੋਈ ਨਾ ਕੋਈ ਬਹਾਨਾ, ਭਾਵੇਂ ਜਨਮ ਦਿਨ ਹੋਵੇ, ਅਵਤਾਰ ਦਿਵਸ ਹੋਵੇ ਗੁਰੂਆਂ ਦਾ, ਭਾਵੇਂ ਮਹਾਂਪੁਰਖਾਂ ਦੀ ਵਰਸੀ ਹੋਵੇ, ਉਹਨਾਂ ਦੀ ਯਾਦ ਹੋਵੇ, ਤੇ ਸੰਗਤਾਂ ਨੂੰ ਜੋੜਨ ਦਾ ਇੱਕ ਉਪਰਾਲਾ ਹੁੰਦਾ ਹੈ ਕਿ ਜਿਹੜਾ ਇਹ ਜੀਵ ਹੈ ਇਹਦੇ ਮਨ ਦੇ ਵਿੱਚੋਂ ਭਰਮ ਤੇ ਭੁਲੇਖੇ ਨਿਕਲ ਜਾਣ। ਜਿਹੜੇ ਆਪਾਂ ਜੁੜੇ ਆ, ਇਹ ਜਿਹੜਾ ਸਤਸੰਗ ਹੋ ਰਿਹਾ ਹੈ, ਪੀਰ ਫਕੀਰ ਰੱਬ ਦੇ ਪਿਆਰੇ ਬਖਸ਼ੇ ਹੋਏ, ਕਿਉਂਕਿ ਜਿਸ ਨੂੰ ਬਖਸ਼ ਲਵੇਂ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ। ਜਿਹਦੇ ਤੇ ਉਹਦੀ ਕਿਰਪਾ ਹੁੰਦੀ ਹੈ ਉਹ ਜਸ ਗਾ ਸਕਦਾ ਹੈ, ਹਰ ਇੱਕ ਨਹੀਂ ਗਾ ਸਕਦਾ। ਨਿੰਦਿਆ ਸਾਰਾ ਸੰਸਾਰ ਕਰ ਲੂ, ਝੂਠ ਸਾਰਾ ਸੰਸਾਰ ਬੋਲ ਲੂ, ਪਰ ਜਿਹੜਾ ਉਹਦਾ ਜਸ ਹੈ, ਜਸ ਕਿਹਨੂੰ ਕਹਿੰਦੇ ਹੈ ਕਿ ਜਿਹੜਾ ਜੀਵ ਹੈ ਉਹਦੇ ਨਾਲ ਜੁੜ ਜਵੇ। ਇਹ ਨਹੀਂ ਵੀ ਟੁੱਟ ਜਵੇ, ਉਹਦੇ ਨਾਲ ਜੁੜ ਜਵੇ। ਜੁੜੇ ਕਿਹਦੇ ਨਾਲ ਬਈ, ਇਹ ਵੀ ਤਾਂ ਪਤਾ। ਇੱਥੇ ਤਾਂ ਵੰਡੀਆਂ ਪੈ ਗਈਆਂ ਸੰਸਾਰ ਦੀਆਂ, ਉੱਥੇ ਨਹੀਂ ਮੱਥਾ ਟੇਕਣਾ, ਉੱਥੇ ਨਹੀਂ ਜਾਣਾ, ਆਹ ਤੇਰਾ ਧਰਮ ਹੈ, ਆਹ ਤੇਰਾ ਧਰਮ ਹੈ। ਸਾਰੇ ਸੰਸਾਰ 'ਚ ਵੰਡੀਆਂ ਪਈਆਂ ਨੇ। ਉਹਦੀ ਗੱਲ ਕੋਈ ਨਹੀਂ ਕਰਦਾ। ਉਹਦੀ ਗੱਲ ਕਿਹਨੇ ਕਰੀ ਹੈ? ਆ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ। ਬਹੁਤ ਬਰੀਕੀ ਦੇ ਵਿੱਚ ਲੈ ਕੇ ਜਾਇਓ ਗੱਲ। ਪ੍ਰਮਾਤਮਾ ਤੋਂ ਬਿਨਾ ਕੋਈ ਵੀ ਘਟ ਖਾਲੀ ਨਹੀਂ, ਕੋਈ ਵੀ ਘਟ, ਸਭ ਘਟ ਮੇਰਾ ਸਾਈਂ। ਉਹ ਪਰਮੇਸ਼ਰ ਤੋਂ ਬਿਨਾ ਕੋਈ ਘਟ ਖਾਲੀ ਨਹੀਂ। ਫਿਰ ਦੂਸਰਾ ਕਿੱਥੋਂ ਆ ਗਿਆ? ਜਦੋਂ ਉਹ ਤੋਂ ਬਿਨਾ, ਫਿਰ ਉਹ ਪ੍ਰਮਾਤਮਾ ਕਿੱਥੇ ਮਿਲੂਗਾ? ਕਿਹੜਾ ਪ੍ਰਮਾਤਮਾ ਹੈ? ਪਤਾ ਤਾਂ ਲੱਗੇ। ਜੇ ਪ੍ਰਮਾਤਮਾ ਦੋ ਚਾਰ ਹੁੰਦੇ, ਅਲੱਗ-ਅਲੱਗ ਗਿਣੇ ਜਾ ਸਕਦੇ ਸੀ, ਪਰ ਪ੍ਰਮਾਤਮਾ ਤਾਂ ਇੱਕ ਕਿਹਾ ਨਾ, ਏਕ ਪਿਤਾ, ਜਿਹਨੂੰ ਪ੍ਰਮਾਤਮਾ ਕਿਹਾ, ਏਕ ਸਕੇ ਹਮ ਵਾਰਿਸ। ਸਾਰੇ ਆਪਾਂ ਉਹਦੇ ਬੱਚੇ ਆ। ਭਾਵੇਂ ਇੱਥੇ ਕੋਈ ਹਿੰਦੂ ਕਹਾਈ ਜਾਵੇ, ਸਿੱਖ ਕਹਾਈ ਜਾਵੇ, ਈਸਾਈ ਕਹਾਈ ਜਾਵੇ, ਮੁਸਲਮਾਨ ਕਹਾਈ ਜਾਵੇ, ਉਹ ਪ੍ਰਮਾਤਮਾ ਤੇ ਅਸੀਂ ਬੱਚੇ ਆ। ਜੇ ਪ੍ਰਮਾਤਮਾ 2 4 5 7 ਹੁੰਦੇ ਤਾਂ ਅਲੱਗ ਗੱਲ ਸੀ। ਅੱਜ ਦਾ ਜਿਹੜਾ ਜੀਵ ਹੈ ਇਹ ਗੱਲ ਕਰ ਰਿਹਾ ਹੈ ਨਾ ਬਈ, ਉਹ ਨਹੀਂ, ਇੱਥੇ ਰੱਬ ਹੈ। ਉਹ ਨਹੀਂ, ਇੱਥੇ ਰੱਬ ਹੈ। ਪਰ ਜੇ ਸਤਿਗੁਰਾਂ ਦੀ ਬਾਣੀ ਵੱਲ ਧਿਆਨ ਦੇ ਲਈਏ, ਆ ਹੁਣੇ ਹੀ ਫੁਰਨਾ ਫੁਰਿਆ ਸਤਸੰਗ ਦੇ ਵਿੱਚ ਬੈਠੇ ਦੇ, ਬੜੀ ਸੋਹਣੀ ਗੱਲ ਨਹੀਂ, ਫੁਰਨੇ ਦੀ ਗੱਲ ਹੈ, ਮੰਨਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਿਨ੍ਹਾਂ ਗੁਰੂਆਂ, ਪੀਰਾਂ, ਸੰਤਾਂ, ਭਗਤਾਂ ਦੀ ਬਾਣੀ ਹੈ, ਧਿਆਨ ਦਿਓ ਪਿਆਰੇ। ਕਿਸੇ ਨੇ ਉਹ ਬਾਣੀ ਉਹਨਾਂ ਦੀ ਹੈ ਜਿਨ੍ਹਾਂ ਨੇ ਉਹ ਅਕਾਲ ਪੁਰਖ ਨੂੰ ਪਾਇਆ ਹੈ। ਇਹ ਤਾਂ ਤੁਸੀਂ ਮੰਨਦੇ ਹੋ ਨਾ, ਦੂਜੇ ਦੀ ਬਾਣੀ ਤਾਂ ਨਹੀਂ। ਜਿਹਨੇ ਉਹ ਅਕਾਲ ਪੁਰਖ ਨੂੰ ਪਾਇਆ ਹੈ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ। ਤੇ ਜਿਹਦੇ ਵਿੱਚ ਭੋਰਾ ਵੀ ਹਉਮੈ ਆਈ, ਭੋਰਾ ਵੀ ਹੰਕਾਰ ਆਇਆ, ਕਿਸੇ 'ਚ ਕਰਤਾਪਣ ਆਇਆ, ਉਹਦੀ ਬਾਣੀ ਦਰਜ ਨਹੀਂ ਹੋਈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿਰਫ ਉਹਨਾਂ ਦੀ ਬਾਣੀ ਦਰਜ ਹੈ ਜਿਹੜੇ ਉਹਦੇ ਨਾਲ ਇੱਕਮਿਕ ਹੋ ਗਏ। ਹੁਣ ਦੂਜੇ ਪਾਸੇ ਝਾਤੀ ਮਾਰੀਏ, ਜਿਨ੍ਹਾਂ ਦੀ ਬਾਣੀ ਹੈ ਉਹ ਕਿਹਦੀ ਆਰਾਧਨਾ ਕਰਦੇ ਸੀ ਬਈ? ਗੁਰਬਾਣੀ ਦੇ ਵਿੱਚ ਜਿਨ੍ਹਾਂ ਦੀ ਬਾਣੀ ਰਚੀ ਹੋਈ ਹੈ, ਕੋਈ ਕ੍ਰਿਸ਼ਨ ਨੂੰ ਮੰਨਦਾ ਹੈ, ਕੋਈ ਰਾਮ ਨੂੰ ਮੰਨਦਾ ਹੈ। ਧਿਆਨ ਦੇਣਾ ਪਿਆਰਿਓ, ਗੱਲ ਸਮਝ ਲਿਓ। ਜੇ ਸਮਝ ਆ ਗਈ ਤਾਂ ਪੜ੍ਹ ਲੈਣ ਨਾਲ ਕੁਛ ਨਹੀਂ ਹੋਣਾ ਕਿ ਸਾਰੇ ਕਿਤੇ ਰੱਬ ਵਸਦਾ ਹੈ। ਸ਼ਬਦ ਤਾਂ ਸਾਰੀ ਪੜ੍ਹੀ ਜਾਂਦੇ ਹੈ, ਰਾਮ ਬੋਲੇ, ਰਾਮ ਬੋਲੇ, ਰਾਮ ਬੋਲਦਾ ਹੈ। ਸਾਰੀਆਂ ਘਟਾਂ ਦੇ ਵਿੱਚ ਰਾਮ ਬੋਲਦਾ ਹੈ। ਕੱਲਾ ਬੋਲਣ ਪੜ੍ਹਨ ਦੇ ਨਾਲ ਨਹੀਂ ਗੱਲ ਬਣਦੀ, ਗੱਲ ਸਮਝਣ ਦੇ ਨਾਲ ਬਣਦੀ ਹੈ। ਰੋਟੀ ਰੋਟੀ ਕਹਿਣ ਦੇ ਨਾਲ ਭੁੱਖ ਨਹੀਂ ਮਿਟਦੀ, ਰੋਟੀ ਖਾਣ ਦੇ ਨਾਲ ਭੁੱਖ ਮਿਟਦੀ ਹੈ। ਕੱਲੀ ਗਾਉਣ ਦੇ ਨਾਲ ਭੁੱਖ ਨਹੀਂ ਮਿਟਦੀ, ਅਮਲ ਕਰਨ ਦੇ ਨਾਲ ਭੁੱਖ ਮਿਟਦੀ ਹੈ। ਸੁਣਿਆ
ਮੰਨਿਆ ਮਨ ਕੀਤਾ ਪਾਉ ਸੁਣ ਕੇ ਮੰਨਣਾ ਹੈ, ਹਿਰਦੇ 'ਚ ਵਸਾਉਣਾ ਹੈ। ਅੱਜ ਸੰਸਾਰ ਨੇ ਵੰਡੀਆਂ ਪਾਤੀਆਂ ਕਿ ਜਿਨ੍ਹਾਂ ਦੀ ਬਾਣੀ ਪੜ੍ਹਦੇ ਆ ਉਹਨੇ ਕਿਹਨੂੰ ਮੰਨਿਆ। ਸ਼ੁਰੂ ਕਰਿਆ ਮੰਨਣਾ, ਉਹਨੂੰ ਮੰਨਦੇ ਮੰਨਦੇ ਉਹਨੂੰ ਧਿਆਉਂਦੇ 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 ਦੂਜਾ ਰਿਹਾ ਹੀ ਨਹੀਂ, ਦੂਜਾ ਨਹੀਂ ਰਿਹਾ ਉਹਨਾਂ ਦੀ ਦ੍ਰਿਸ਼ਟੀ 'ਚ। ਤੇ ਅਸੀਂ ਜਿਨ੍ਹਾਂ ਤੋਂ ਸ਼ੁਰੂ ਕਰਿਆ ਉਹਨਾਂ ਨੇ ਮੰਨਣਾ। ਕਿਸੇ ਨੇ ਠਾਕਰ ਨੂੰ ਮੰਨਿਆ, ਐਡਾ ਕ ਗੋਲ ਪੱਥਰ ਰੱਖ ਲਿਆ, ਉਹਦੇ ਤੇ ਜਨੇਊ ਬਾਹਿਆ ਹੁੰਦਾ, ਉਹਨੂੰ ਠਾਕਰ ਕਹਿੰਦੇ ਨੇ। ਕਈ ਪਿੰਡਾਂ ਦੇ ਵਿੱਚ ਠਾਕਰ ਦੁਆਰੇ ਬਣੇ ਹੋਏ ਨੇ। ਨਾਮਦੇਵ ਜੀ ਨੇ ਕਿਹਨੂੰ ਮੰਨਿਆ, ਕਿਹਨੂੰ ਧਿਆਇਆ, ਕਿੱਥੋਂ ਰੱਬ ਪਾਇਆ? ਇੱਕ ਠਾਕਰ ਦੇ ਵਿੱਚੋਂ। ਧੰਨੇ ਨੇ ਕਿਹਨੂੰ ਧਿਆਇਆ? ਇੱਕ ਪੱਥਰ ਦੇ ਵਿੱਚੋਂ। ਤੇ ਪਿਆਰਿਓ, ਜਿੰਨੇ ਵੀ ਸਤਪੁਰਖਾਂ ਦੀ ਆਪਾਂ ਬਾਣੀ ਪੜ੍ਹਦੇ ਉਹਨਾਂ ਨੇ ਕਿਹਨੂੰ ਮੰਨਿਆ? ਜੇ ਰੱਬ 2 4 6 ਹੁੰਦੇ ਫਿਰ ਤਾਂ ਅਲੱਗ ਗੱਲ ਸੀ, ਪਰ ਰੱਬ ਇੱਕ ਹੈ। ਮੰਨਿਆ ਉਹਨਾਂ ਨੇ ਕਿਸੇ ਨੂੰ ਰਾਮ ਦੀ ਉਪਾਸਨਾ ਕਰੀ, ਕਿਸੇ ਨੇ ਕ੍ਰਿਸ਼ਨ ਦੀ ਉਪਾਸਨਾ ਕਰੀ, ਕਿਸੇ ਨੇ ਕਿਸੇ ਦੀ ਉਪਾਸਨਾ ਕਰੀ। ਤੇ ਮਿਲੇ ਕਿੱਥੇ ਜਾ ਕੇ? ਮਿਲੇ ਉਹ ਪ੍ਰਮਾਤਮਾ ਦੇ ਨਾਲ। ਉਹਨਾਂ ਨੂੰ ਦੂਸਰਾ ਕੋਈ ਦਿਸਿਆ ਹੀ ਹੈ ਨਹੀਂ, ਇੱਕ ਪ੍ਰਮਾਤਮਾ ਹੀ ਦਿਖਿਆ। ਪਰ ਅੱਜ ਦਾ ਸਮਾਂ ਸਾਨੂੰ ਵੰਡੀਆਂ ਪਾਤੀਆਂ ਸੰਸਾਰ ਨੇ, ਦੁੱਖ ਲੱਗੂ ਕਈਆਂ ਨੂੰ। ਇੱਥੇ ਨਹੀਂ ਜਾਣਾ, ਉੱਥੇ ਨਹੀਂ ਜਾਣਾ। ਆ ਹੁਣ ਗੁਰੂਆਂ ਦਾ ਸ਼ਹੀਦੀ ਪੁਰਬ ਲੰਘਿਆ ਸੀ ਨਾ ਪਿੱਛੇ, ਤੇ ਮੈਂ ਕਈ ਲੋਕਾਂ ਨੂੰ ਦੇਖਿਆ ਗੁਰੂਆਂ ਦੇ ਪੋਸਟਰ ਲਾ ਕੇ ਗਾਉਣ ਵਾਲਿਆਂ ਦੇ ਲਾਤੇ। ਸਤਪੁਰਖਾਂ ਦੇ ਅਸਥਾਨਾਂ ਤੇ ਜਾਣ ਨੂੰ ਨਿੰਦਦੇ ਨੇ ਪ੍ਰਚਾਰਕ, ਤੇ ਉਹ ਗਾਉਣ ਵਾਲਿਆਂ ਦੀਆਂ ਸਮਾਧਾਂ ਤੇ ਲੋਕ ਮੱਥੇ ਟੇਕਣ ਲਾਤੇ। ਇਹਦਾ ਕਾਰਨ ਕੀ ਬਣਿਆ? ਇਹਦਾ ਸਭ ਤੋਂ ਵੱਡਾ ਕਾਰਨ ਇਹ ਬਣਿਆ ਕਿ ਅਸੀਂ ਸਾਡੇ ਇਤਿਹਾਸ ਛੱਡਤੇ। ਪ੍ਰਾਤਨ ਸਮੇਂ ਦੇ ਵਿੱਚ ਨਾ, ਜਦੋਂ ਕੋਈ ਸਤਪੁਰਖ ਹੁੰਦਾ, ਕਿਤੇ ਦੀਵਾਨ ਲੱਗਦਾ, ਕਿਤੇ ਸਤਸੰਗ ਹੁੰਦਾ ਹੈ, ਤੇ ਉੱਥੇ ਸਾਖੀ ਇਤਿਹਾਸ ਪ੍ਰਮਾਣ ਇਹੋ ਜਿਹਾ ਦਿੱਤਾ ਜਾਂਦਾ ਹੈ ਕਿ ਜੀਵ ਦਾ ਮਨ ਭਗਤੀ ਦੇ ਵਿੱਚ ਜੁੜ ਜਾਵੇ, ਨਾਮ ਦੇ ਵਿੱਚ ਜੁੜ ਜਾਵੇ, ਸੇਵਾ ਦੇ ਵਿੱਚ ਮਨ ਜੁੜ ਜਾਵੇ। ਕਿਤੇ ਭਾਈ ਮੰਝ ਦੀ ਕਥਾ ਸੁਣਾਉਣੀ ਕਿ ਭਾਈ ਗੁਰੂ ਘਰ ਏਦਾਂ ਸੇਵਾ ਕਰਨੀ ਹੈ, ਤੈਂ ਲੱਕੜਾਂ ਢੋਣੀਆਂ ਨੇ, ਤੈਂ ਪਾਣੀ ਢੋਣਾ ਹੈ, ਤੈਂ ਬਰਤਨ ਮਾਂਜਣੇ ਨੇ, ਤੇ ਭੁੱਖ ਰੱਖ ਕੇ ਸੇਵਾ ਕਰਨੀ ਹੈ। ਤੇ ਹੁਣ ਕੀ ਹੈ? ਹੁਣ ਅਸਥਾਨਾਂ ਤੇ ਜਾਣਾ ਹੈ, ਨਾ ਪਾਣੀ ਛਿੜਕਣਾ, ਨਾ ਭਾਂਡੇ ਮਾਂਜਣੇ ਹੈ, ਕੁਝ ਨਹੀਂ ਕਰਨਾ। ਪੰਗਤ ਦੇ ਵਿੱਚ ਮੂਹਰੇ ਬੈਠ ਜਾਣਾ ਵੀ ਰੱਜ ਕੇ ਖਾ ਲਓ, ਬਾਅਦ ਚ ਸ਼ਾਇਦ ਨਾ ਵੀ ਬੱਚੇ ਵਧੀਆ ਪਦਾਰਥ ਜਿਹੜਾ ਆਇਆ ਉਹ। ਸੋਚ ਇਦਾਂ ਦੀ। ਪਹਿਲਾਂ ਉਹ ਸਾਖੀ ਸੁਣਾਉਣੀ ਤੇ ਅੰਦਰ ਐਸਾ ਭਾਵ ਜਾਗਣਾ, ਕਿਤੇ ਸਤਸੰਗ ਹੋਣਾ, ਪਤਾ ਲੱਗਣਾ ਤੇ 100 ਬੰਦਾ ਜਾ ਕੇ ਉੱਥੇ ਸੇਵਾ ਕਰਦੇ ਰਹਿਣਾ। ਸੇਵਾ, ਇੰਨੀ ਸੇਵਾ ਕਰਨੀ ਕਿ ਲੋਕਾਂ ਨੂੰ ਆਨੰਦ ਤੇ ਸ਼ਾਂਤੀ ਪ੍ਰਾਪਤ ਹੁੰਦੀ। ਤੇ ਭਾਈ ਕਨਈਏ ਦਾ ਪ੍ਰਸੰਗ ਸੁਣਾਉਣਾ, ਹੁਣ ਤਾਂ ਉਹ ਪ੍ਰਸੰਗ ਹੀ ਭੁੱਲ ਗਈ ਦੁਨੀਆ। ਅੰਦਰੋਂ ਐ ਮੈਲ ਕੱਢ ਦੇਣੀ ਵੀ ਦੂਜਾ ਤਾਂ ਕੋਈ ਹੈ ਹੀ ਨਹੀਂ। ਜਿਵੇਂ ਭਾਈ ਕਨਈਆ ਮੁਸਲਮਾਨ ਨੂੰ ਵੀ ਪਾਣੀ ਪਿਲਾਈ ਜਾਂਦਾ ਹੈ, ਹਿੰਦੂ ਨੂੰ ਵੀ ਪਾਣੀ ਪਿਲਾਈ ਜਾਂਦਾ ਹੈ, ਸਾਰੇ ਸਿੰਘਾਂ ਨੂੰ ਵੀ ਪਾਣੀ ਪਿਲਾਈ ਜਾਂਦਾ ਹੈ, ਦੂਜਾ ਕੋਈ ਦਿੰਦਾ ਹੀ ਨਹੀਂ, ਦੂਜਾ ਹੈ ਹੀ ਨਹੀਂ। ਤੇ ਗੁਰੂ ਫਿਰ ਉਹਨੂੰ ਜਿੱਥੇ ਪਾਣੀ ਪਿਲਾਉਂਦਾ ਸੀ ਉੱਥੇ ਮੱਲਮ ਪੱਟੀਆਂ ਵੀ ਦਿੰਦਾ ਵੀ ਤੂੰ ਮੱਲਮ ਪੱਟੀਆਂ ਵੀ ਕਰਿਆ ਕਰ, ਗੁਰੂ ਖੁਸ਼ ਹੁੰਦਾ। ਤੇ ਇੱਥੇ ਵਿਦਕਰੇ ਖੜੇ ਹੋਣਗੇ, ਨਾ ਨਾ ਉੱਥੇ ਨਾ ਕਿਤੇ ਵਗ ਜੀ, ਕੋਈ ਤੇਰੇ ਨਾ ਆ ਜਾਵੇ। ਐਵੇਂ ਬਿਨਾ ਮਤਲਬ ਦੇ ਰੌਲੇ। ਉਹ ਜਦੋਂ ਤੇਰੇ ਦਰਬਾਰ ਦੇ ਵਿੱਚ, ਗੁਰੂ ਦੇ ਘਰ ਦੇ ਵਿੱਚ ਕੋਈ ਆ ਗਿਆ, ਇਹ ਦਰਬਾਰ ਬਣੇ ਕਾਹਦੇ ਵਾਸਤੇ ਨੇ? ਵਰਕਸ਼ਾਪ ਕਾਹਦੇ ਵਾਸਤੇ ਬਣੀ ਹੁੰਦੀ ਹੈ? ਖਰਾਬ ਗੱਡੀਆਂ ਨੂੰ ਠੀਕ ਕਰਨ ਵਾਸਤੇ। ਜਿਹੜੀ ਵਰਕਸ਼ਾਪ ਆ, ਇਹ ਸਤਿਗੁਰਾਂ ਨੇ ਇੱਕ ਵਰਕਸ਼ਾਪਾਂ ਬਣਾਈਆਂ ਨੇ, ਕਿਉਂਕਿ ਸਾਡਾ ਮਨ ਹੈ ਜਿਹੜਾ ਇਹ ਕਾਮ ਕ੍ਰੋਧ ਨਗਰ ਬਹੁ ਭਰਿਆ, ਇਹ ਜਿਹੜਾ ਕਾਮ ਕ੍ਰੋਧ ਦੇ ਨਾਲ ਭਰਿਆ ਪਿਆ ਹੈ। ਇਹ ਨਹੀਂ ਸੋਚਦਾ ਕੁਝ ਵੀ ਮੈਂ ਕਾਹਦੇ ਵਾਸਤੇ ਆਇਆ। ਇਹ ਕਹਿੰਦਾ ਖਾਓ ਪੀਓ ਮौज ਕਰੋ ਆਨੰਦ ਮਾਣੋ, ਬਸ ਇੱਥੇ ਤੱਕ ਸੀਮਤ ਹੈ। ਪਰ ਜਦੋਂ ਗੁਰੂ ਘਰ ਦੇ ਵਿੱਚ ਆ ਜਾਂਦਾ ਹੈ, ਗੁਰੂ ਇਹਦੀ ਸਾਰੀ ਮੈਲ ਧੋ ਦਿੰਦਾ ਹੈ।
ਜੇ ਪਿਆਰਿਓ ਜੇ ਮੈਲ ਹੀ ਨਹੀਂ ਬੰਦੇ ਦੇ ਵਿੱਚ, ਜੇ ਗੱਡੀ ਖਰਾਬ ਹੀ ਨਹੀਂ ਹੋਈ ਵਰਕਸ਼ਾਪ ਜਾਣ ਦੀ ਲੋੜ ਨਹੀਂ। ਜੇ ਬੰਦਾ ਵੈਸੀ ਪਵਿੱਤਰ ਹੈ, ਮੈਲ ਇਹ ਹੈ ਨਹੀਂ, ਉਹ ਤਾਂ ਜਿੱਥੇ ਬੈਠ ਗਿਆ ਉੱਥੇ ਹੀ ਰੱਬ ਦਾ ਦਰ ਬਣ ਗਿਆ ਪਿਆਰਿਓ। ਇਹ ਜਿਹੜੇ ਸਮਾਗਮ ਹੁੰਦੇ ਨੇ ਇਹ ਇਸੇ ਵਾਸਤੇ ਨੇ, ਜਦੋਂ ਅਸੀਂ ਆਉਣੇ ਆ ਸਤਿਪੁਰਖਾਂ ਦੇ ਬਚਨ ਸੁਣਦੇ ਆ, ਮਹਾਂਪੁਰਖਾਂ ਦਾ ਜੀਵਨ ਪੜ੍ਹਦੇ ਆ, ਮਹਾਂਪੁਰਖਾਂ ਦੇ ਜੀਵਨ ਵੱਲ ਝਾਤ ਮਾਰਦੇ ਆ। ਅੱਜ ਆਪਾਂ ਇਸ ਦਰਬਾਰ ਦੇ ਵਿੱਚ ਆਉਣੇ ਆ, ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ ਆਹ ਕਰਤਾ, ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ ਆਹ ਕਰਤਾ, ਫਲਾਣੇ ਨੂੰ ਤਾਰਤਾ, ਫਲਾਣੇ ਨੂੰ ਪੁੱਤਰ ਦੇਤਾ, ਫਲਾਣੇ ਨੂੰ ਧਨ ਦੇਤਾ। ਸਾਡੇ ਅੰਦਰ ਇੱਕ ਜਿਗਿਆਸਾ ਪੈਦਾ ਹੁੰਦੀ ਹੈ ਕਿ ਜਦ ਸਾਡੇ ਘਰ ਵੀ ਪੁੱਤਰ ਹੋ ਜਾਵੇ, ਸਾਨੂੰ ਵੀ ਧਨ ਮਿਲ ਜਾਵੇ। ਸੰਸਾਰ ਲਾਲਚੀ ਹੈ, ਸਵਾਰਥੀ ਹੈ। ਸਵਾਰਥ ਲਾਗ ਕਰੇ ਸਭ ਪ੍ਰੀਤੀ, ਸੁਰ ਨਰ ਮੁਨਜਨ ਕੀ ਜੇ। ਸੰਸਾਰ ਦੀ ਸਵਾਰਥ ਦੀ ਪ੍ਰੀਤੀ ਹੈ। ਜਿੱਥੋਂ ਕੁਝ ਪ੍ਰਾਪਤ ਹੁੰਦਾ ਅਸੀਂ ਪਹੁੰਚਦੇ ਹਾਂ। ਤੇ ਇੱਥੇ ਸਾਖੀਆਂ ਸੁਣਾਈਆਂ ਜਾਂਦੀਆਂ ਨੇ, ਬਾਬਾ ਆਨੰਦ ਸਿੰਘ ਜੀ ਨੇ ਆਪ ਪੁੱਤਰ ਦੀ ਦਾਤ ਬਖਸ਼ਤੀ, ਉਹਨੂੰ ਧਨ ਦੇਤਾ, ਉਹਨੂੰ ਬਾਣੀ ਇਦਾਂ ਪੜ੍ਹਾਇਆ ਜਾਂਦਾ ਹੈ, ਸਿਖਾਇਆ ਜਾਂਦਾ ਹੈ। ਤੇ ਸਾਡੇ ਅੰਦਰ ਇੱਕ ਉਮੰਗ, ਇੱਕ ਆਸ ਜਾਗਦੀ ਹੈ। ਫਿਰ ਅਸੀਂ ਉਹ ਆਸ ਲੈ ਕੇ ਗੁਰੂ ਘਰ ਜਾਂਦੇ ਆ। ਜਦੋਂ ਗੁਰੂ ਘਰ ਪਹੁੰਚਦੇ ਆ ਉੱਥੇ ਬਾਣੀ ਦੇ ਪ੍ਰਵਾਹ ਵਗਦੇ ਨੇ। ਤੇ ਮਹਾਂਪੁਰਖ ਫਿਰ ਕੀ ਕਹਿੰਦੇ ਨੇ, ਕੋਈ ਨਾ ਭਾਈ ਆਇਓ ਸਤਸੰਗ ਦੇ ਵਿੱਚ ਆਇਆ ਕਰੋ, ਗੁਰੂ ਦਰਬਾਰ ਦੇ ਵਿੱਚ ਹਾਜ਼ਰੀ ਭਰਿਆ ਕਰੋ, ਸਤਸੰਗ 'ਚ ਜੁੜਿਆ ਕਰੋ। ਜਦੋਂ ਸਤਸੰਗ ਜੁੜਦਾ ਹੈ, ਸੰਸਾਰ ਦੀਆਂ ਦਾਤਾਂ ਤਾਂ ਸਤਿਗੁਰੂ ਜੀ ਬਖਸ਼ਦੇ ਹੀ ਬਖਸ਼ਦੇ ਨੇ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜਦੋਂ ਆਸ ਜਗਾ ਕੇ ਆਉਂਦਾ, ਭਾਵ ਲੈ ਕੇ ਆਉਂਦਾ, ਗੁਰੂ ਸੰਸਾਰ ਦੀਆਂ ਵਸਤੀਆਂ ਤਾਂ ਦੇ ਹੀ ਦਿੰਦਾ। ਇਹ ਛੋਟੀਆਂ ਗੱਲਾਂ ਨੇ, ਪਰ ਉਸ ਤੋਂ ਬਾਅਦ ਜਦੋਂ ਆਉਂਦਾ ਇਹਦੇ ਅੰਦਰ ਇੱਕ ਪ੍ਰੇਮ ਜਾਗਦਾ, ਗੁਰੂ ਨੇ ਮੈਨੂੰ ਆਹ ਦਿੱਤਾ, ਗੁਰੂ ਨੇ ਮੈਨੂੰ ਆਹ ਦਿੱਤਾ। ਤੇ ਜਦੋਂ ਉਹਦਾ ਪ੍ਰੇਮ ਜਾਗਦਾ, ਜਿਹਦੇ ਨਾਲ ਫਿਰ ਪ੍ਰੇਮ ਪੈ ਜਵੇ ਨਾ, ਇਹ ਗੱਲ ਚੇਤੇ ਰੱਖਿਓ, ਅਸੀਂ ਮੰਨਦੇ ਉਹਦੀ ਆ ਜਿਹਦੇ ਨਾਲ ਸਾਡਾ ਪ੍ਰੇਮ ਹੋਵੇ, ਦੂਜੇ ਦੀ ਅਸੀਂ ਮੰਨਦੇ ਨਹੀਂ। ਪ੍ਰੇਮ ਕਿਹਦੇ ਨਾਲ ਪੈਂਦਾ ਤੁਹਾਡਾ? ਜਿਹੜਾ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਕਰਦਾ, ਦੂਜੇ ਨਾਲ ਤਾਂ ਨਹੀਂ ਪੈਂਦਾ। ਜੇ ਸੰਸਾਰੀ ਪ੍ਰੇਮ ਵੀ ਰੱਖੀਏ ਨਾ, ਸਾਡਾ ਪ੍ਰੇਮ ਉਹਦੇ ਨਾਲ ਹੁੰਦਾ ਜਿਹੜਾ ਸਾਡੀ ਜ਼ਰੂਰਤ ਪੂਰੀ ਕਰਦਾ। ਜੇ ਧੀ ਪੁੱਤ ਤੋਂ ਸਾਨੂੰ ਆਸ ਹੈ, ਅਸੀਂ ਉਹਦੇ ਨਾਲ ਪ੍ਰੇਮ ਕਰਦੇ ਆ। ਜੇ ਉਹ ਚਿੱਟੇ ਦੇ ਟੀਕੇ ਲਾਉਣ ਲੱਗ ਜੇ, ਘਰਦਿਆਂ ਨੂੰ ਕੁੱਟਣ ਲੱਗ ਜੇ, ਉਹਨੂੰ ਵੀ ਬੇਦਖਲ ਕਰ ਦਿੰਦੇ ਆ। ਨਹੀਂ ਨਹੀਂ ਬਈ, ਇਹਦੇ ਨਾਲ ਸਾਡਾ ਕੋਈ ਲਾਗਾ ਦੇਗਾ ਨਹੀਂ, ਕੌਣ ਇਹਦਾ ਭਰੂਗਾ ਦਿੱਤਾ ਲਿਆ। ਪਰ ਪ੍ਰੇਮ ਕਰਦੇ ਆ ਕਿਸੇ ਆਸ ਦੇ ਉੱਪਰ। ਸੰਸਾਰੀ ਬੰਦੇ ਨੂੰ ਅਸੀਂ ਪ੍ਰੇਮ ਕਰਦੇ ਆ, ਉਹ ਸਾਡੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ। ਜਦੋਂ ਅਸੀਂ ਗੁਰੂ ਘਰ ਜਾਂਦੇ ਆ, ਜਿਹੜੀਆਂ ਸੰਸਾਰ ਜ਼ਰੂਰਤਾਂ ਨਹੀਂ ਪੂਰੀਆਂ ਕਰਦਾ, ਫਿਰ ਉਹ ਗੁਰੂ ਕਰਦਾ ਹੈ। ਜਿਹੜੀ ਚੀਜ਼ ਸੰਸਾਰ ਨਹੀਂ ਕਰ ਸਕਦਾ, ਉਹ ਫਿਰ ਗੁਰੂ ਪੂਰੀ ਕਰਦਾ ਹੈ। ਫਿਰ ਗੁਰੂ ਦੇ ਨਾਲ ਪ੍ਰੇਮ ਜਾਗਦਾ ਹੈ, ਗੁਰੂ ਨੇ ਮੈਨੂੰ ਆਹ ਵੀ ਬਖਸ਼ਿਸ਼ ਕਰੀ। ਸੰਸਾਰ ਸਾਨੂੰ ਕੀ ਦਿੰਦਾ? ਸੰਸਾਰ ਤੁਹਾਨੂੰ ਕੋਈ ਅਮੀਰ ਬਣਾਉਣ ਨੂੰ ਨਹੀਂ ਤੁਰਿਆ, ਤੁਹਾਨੂੰ ਮਿਹਨਤ ਕਰਨੀ ਪਊਗੀ। ਗੁਰੂ ਤੁਹਾਡੇ ਤੇ ਕਿਰਪਾ ਕਰ ਦੇਵੇ, ਕਹਿੰਦੇ ਕੰਗਲੇ ਨੂੰ ਰਾਜਾ ਬਣਾ ਦਿੰਦਾ ਹੈ, ਭਿਖਾਰੀ ਤੋਂ ਰਾਜ ਕਰਾ ਦਿੰਦਾ ਹੈ, ਜੇ ਗੁਰੂ ਦੀ ਮਿਹਰ ਹੋ ਜੇ। ਤੇ ਸੰਸਾਰ ਨੇ ਕੀ ਹੈ, ਤੁਹਾਨੂੰ ਤਾਂ ਦੂਜਾ ਇਹ ਕਹੂ ਮੇਰੇ ਤੋਂ ਅੱਗੇ ਨਾ ਨਿਕਲ ਜੇ, ਇਹ ਥੱਲੇ ਨੂੰ ਆਵੇ। ਇਹ ਸੰਸਾਰ ਨਹੀਂ ਨਾ ਦੇ ਸਕਦਾ। ਪੁੱਤਰਾਂ ਦੀ ਦਾਤ ਨਹੀਂ ਸੰਸਾਰ ਦੇ ਸਕਦਾ, ਇਹ ਗੁਰੂ ਦੇ ਸਕਦਾ ਹੈ। ਜਸ ਸੰਸਾਰ ਨਹੀਂ ਦੇ ਸਕਦਾ। ਤੁਹਾਡੇ 2 ਦਿਨ ਜਸ ਗਾਊਗਾ, ਇੱਕ ਦਿਨ ਸੋਤੋਂ ਗਲਤੀ ਹੋਗੀ, ਤੀਜੇ ਦਿਨ ਨੂੰ ਤੁਹਾਡੀ ਨਿੰਦਿਆ ਕਰਨ ਲੱਗ ਜੂਗਾ। ਸੰਸਾਰ ਸਦਾ ਜਸ ਨਹੀਂ ਦੇ ਸਕਦਾ ਤੁਹਾਨੂੰ, ਪਰ ਗੁਰੂ ਸਾਰਾ ਕੁਝ ਦਿੰਦਾ ਹੈ। ਜਦੋਂ ਸੰਸਾਰ ਦੇ ਪਦਾਰਥ ਮਿਲਦੇ ਨੇ, ਫਿਰ ਗੁਰੂ ਦੇ ਨਾਲ ਪ੍ਰੇਮ ਜਾਗਦਾ ਹੈ। ਬਿਨਾਂ ਕਾਰਨ ਤੋਂ ਕੋਈ ਗੁਰੂ ਕੋਲੇ ਨਹੀਂ ਜਾਂਦਾ। ਐਡਾ ਕੋਈ ਭਗਤ ਨਹੀਂ ਵੀ ਪਿਛਲੇ ਜਨਮਾਂ ਦੀ ਭਗਤੀ ਤੇ ਬਚਪਨ ਤੋਂ ਹੀ ਸ਼ੁਰੂ ਹੋ ਗਿਆ ਕੰਮ। ਇਹ ਕਿਸੇ ਬਿਰਲੇ ਦੇ ਹਿੱਸੇ 'ਚ ਆਉਂਦਾ, ਕਰੋੜਾਂ ਦੇ ਵਿੱਚੋਂ ਇੱਕ ਅੱਧੇ ਦੇ, ਜਿਹਨੂੰ ਬਚਪਨ ਦੇ ਵਿੱਚ। ਹੁਣ ਤੁਸੀਂ ਦੇਖ ਲਿਓ ਘਰਾਂ ਦੇ ਵਿੱਚ ਬੱਚੇ, ਮੈਂ ਪਹਿਲਾਂ ਦੇਖਿਆ ਨਿੱਕੇ ਨਿੱਕੇ ਹੁੰਦੇ ਤੇ ਕੀ ਹੋਣਾ, ਘਰ ਦੇ ਵਿੱਚ ਨਾ ਇਹ ਕਿਤਾਬ ਇਹ ਖੋਲ ਲੈਣੀ ਨਿੱਕੇ ਨਿੱਕੇ ਬੱਚਿਆਂ ਨੇ, ਵੀ ਅਸੀਂ ਮਹਾਰਾਜ ਦੀ ਬਾਣੀ ਪੜ੍ਹ ਰਹੇ ਹਾਂ। ਤੇ ਹੁਣ ਵਾਲਾ ਬੱਚਾ ਇਹ ਚੁੱਪੇ ਮੋਬਾਈਲ ਦੇ ਨਾਲ ਹੁੰਦਾ, ਗੇਮਾਂ ਦੇ ਨਾਲ ਹੁੰਦਾ, ਉਹ ਭਗਤ ਬਣੂਗਾ। ਕਿਉਂ? ਕਿਉਂਕਿ ਮਾਤਾ ਨੇ ਐਸੇ ਸੰਸਕਾਰ ਹੀ ਨਹੀਂ ਪਾਏ ਸਾਡੇ ਅੰਦਰ। ਮਾਤਾ ਮੋਬਾਈਲ ਦੇਖਦੀ ਰਹੀ, ਬੱਚੇ ਦੇਖਣ ਲੱਗ ਗਏ।
ਉਹੇ ਜੇ ਸੰਸਕਾਰ। ਪਰ ਜਦੋਂ ਇਹ ਗੁਰੂ ਦੇ ਦੁਆਰੇ ਤੇ ਆਉਂਦਾ ਹੈ, ਭਾਵੇਂ ਦੁਖੀ ਹੋ ਕੇ ਆਉਂਦਾ ਹੈ, ਗੁਰੂ ਇਹਨੂੰ ਸੰਸਾਰ ਦੀ ਵਸਤੂ ਦਿੰਦਾ ਹੈ, ਤੇ ਜਦੋਂ ਉੱਥੇ ਆ ਕੇ ਇਹਦਾ ਪ੍ਰੇਮ ਹੋ ਜਾਂਦਾ ਹੈ, ਫਿਰ ਗੁਰੂ ਦੀ ਗੱਲ ਮੰਨਣੀ ਸ਼ੁਰੂ ਕਰ ਲੈਂਦਾ ਹੈ। ਗੁਰੂ ਕਹਿੰਦਾ ਨਾ ਬਈ ਤੂੰ ਨਸ਼ਾ ਨਹੀਂ ਕਰਨਾ, ਸਤ ਵਚਨ। ਗੁਰੂ ਨੇ ਮੈਨੂੰ ਦਾਤਾਂ ਦਿੱਤੀਆਂ, ਮੈਂ ਗੁਰੂ ਦਾ ਬਚਨ ਮੰਨਣਾ। ਉੱਦਾਂ ਥੋੜੀ ਕੋਈ ਮੰਨਦਾ ਨਾ ਵੀ ਤੈਂ ਮਾੜੀ ਸੰਗਤ ਦੇ ਵਿੱਚ ਨਹੀਂ ਬੈਠਣਾ। ਸਤ ਵਚਨ ਬਾਬਾ ਜੀ ਮੈਂ ਨਹੀਂ ਮਾੜੀ ਸੰਗਤ ਦੇ ਵਿੱਚ ਜਾਂਦਾ। ਗੁਰੂ ਕਹਿੰਦਾ ਵੀ ਤੈਂ ਅੰਮ੍ਰਿਤ ਵੇਲੇ ਉੱਠਿਆ ਕਰਨਾ ਹੈ। ਗੁਰੂ ਨੇ ਮੈਨੂੰ ਸਭ ਕੁਝ ਦਿੱਤਾ, ਮੈਂ ਕਿਉਂ ਨਾ ਸ਼ੁਕਰ ਮਨਾਵਾਂ। ਫਿਰ ਅੰਮ੍ਰਿਤ ਵੇਲੇ ਵੀ ਉੱਠਦਾ ਹੈ। ਗੁਰੂ ਕਹਿੰਦਾ ਵੀ ਤੈਂ ਗੁਰੂ ਘਰ ਰੋਜ਼ ਜਾਣਾ ਹੈ। ਕਹਿੰਦਾ ਜੀ ਮੈਂ ਜ਼ਰੂਰ ਮੱਥਾ ਟੇਕ ਕੇ ਆਉਂਗਾ। ਗੁਰੂ ਨਾਲ ਪਿਆਰ ਹੋ ਗਿਆ, ਪ੍ਰੇਮ ਹੋ ਗਿਆ। ਪ੍ਰੇਮੀ ਤੁਹਾਨੂੰ ਕਿਤੇ ਸੱਦੇ ਨਾ, ਤੁਸੀਂ ਨਹਿਰ ਦੇ ਵਿੱਚ ਵੀ ਛਾਲ ਮਾਰ ਦੋਗੇ 1 ਮਿੰਟ 'ਚ। ਜਦੋਂ ਗੁਰੂ ਨਾਲ ਪ੍ਰੇਮ ਹੋ ਗਿਆ, ਫਿਰ ਅੰਮ੍ਰਿਤ ਵੇਲੇ ਵੀ ਉੱਠੂ, ਫਿਰ ਨਾਮ ਵੀ ਜਪੂ। ਫਿਰ ਗੁਰੂ ਕਹੂਗਾ ਭਾਈ ਦਸਵੰਧ ਕੱਢਿਆ ਕਰ, ਗਰੀਬ ਦੇ ਮੁਖ ਦੇ ਵਿੱਚ ਪਾਇਆ ਕਰ। ਪਰ ਜਿੰਨਾ ਚਿਰ ਪ੍ਰੇਮ ਨਹੀਂ ਹੁੰਦਾ ਉਨਾ ਚਿਰ ਨਹੀਂ। ਉਹ ਦਿਖਾਵੇ ਮਾਤਰ ਤਾਂ ਜੋ ਮਰਜ਼ੀ ਕਰੀ ਜਾਈਏ। ਆਉਂਦੇ ਆਉਂਦੇ ਇੱਕ ਵਿਚਾਰ ਚੱਲੀ, ਸਾਡਾ ਗੁਰਵਿੰਦਰ ਢੋਲਕੀ ਵਾਲਾ ਕਹਿੰਦਾ ਬਾਬਾ ਜੀ ਆਹ ਬਚਨ ਦੇਖੋ ਤੁਸੀਂ, ਵੀ ਨਾ ਰੱਬ ਹੱਸੇ ਤੇ ਮਿਲਦਾ, ਨਾ ਰੋਏ ਤੇ ਮਿਲਦਾ। ਨਾ ਰੱਬ ਹੱਸੇ ਤੇ ਮਿਲਦਾ, ਨਾ ਰੱਬ ਰੋਏ ਤੇ ਮਿਲਦਾ। ਰੱਬ ਪਤਾ ਕਦੋਂ ਮਿਲਦਾ? ਜਦੋਂ ਉਹਦਾ ਕੋਈ ਹੋ ਜਵੇ, ਉਹਦਾ ਹੋਏ ਤੇ ਰੱਬ ਮਿਲਦਾ, ਨਾ ਹੱਸਣ ਦੇ ਨਾਲ। ਫਿਰ ਇੱਥੇ ਕਬੀਰ ਸਾਹਿਬ ਮਹਾਰਾਜ ਦੀ ਬਾਣੀ ਆਉਂਦੀ ਹੈ, ਹੱਸ ਹੱਸ ਪੀਵ ਨਾ ਪਾਈਐ। ਕਹਿੰਦੇ ਹੱਸ ਹੱਸ ਕੇ ਨਹੀਂ ਮਿਲਦਾ। ਜਿਨ ਪਾਇਆ ਤਿਨ ਰੋਏ, ਜੇ ਹਾਸੇ ਹੀ ਹਰ ਮਿਲੇ ਤੋ ਨਹੀਂ ਦੁਹਾਗਣ ਕੋਏ। ਕਹਿੰਦੇ ਜੇ ਹੱਸ ਹੱਸ ਕੇ ਨਹੀਂ ਪ੍ਰਮਾਤਮਾ ਮਿਲਦਾ, ਉਹ ਮਿਲਦਾ ਰੋਣ ਵਾਲੇ ਨੂੰ। ਜੇ ਹੱਸਦਿਆਂ ਨੂੰ ਮਿਲਦਾ ਹੋਵੇ ਫਿਰ ਤਾਂ ਸਾਰੇ ਖਿੜਖਿੜ ਹੱਸਦੇ ਨੇ, ਕੋਈ ਮਾੜੀ ਜੀ ਗੱਲ ਤੇ ਹੱਸਦੇ ਨੇ, ਫਿਰ ਤਾਂ ਰੱਬ ਮਿਲਿਆ ਮਿਲਾਈ ਹੈ। ਪਰ ਰੋਏ ਤੇ ਵੀ ਨਹੀਂ ਕਹਿੰਦੇ ਮਿਲਦਾ, ਉਹਦਾ ਹੋਏ ਤੇ ਮਿਲਦਾ। ਜਦੋਂ ਉਹਦਾ ਤੂੰ ਹੋ ਗਿਆ, ਇੱਕ ਤਾਂ ਹੁੰਦਾ ਵੀ ਲੋਕ ਮੈਨੂੰ ਦੇਖਣੇ, ਤਾਂ ਵਿਰਾਗ ਚ ਰੋਂਦਾ ਰੱਬ ਦੇ। ਅੱਜ ਕੱਲ੍ਹ ਜ਼ਿਆਦਾ ਇਹ ਹੈ, ਦਿਖਾਵਾ ਜ਼ਿਆਦਾ ਹੈ, ਪਹਿਰਾਵਾ ਐਸਾ ਕਰ ਲੈਣਾ, ਲੋਕ ਕਹਿਣ ਵੀ ਇਹ ਤਾਂ ਰੱਬ ਦਾ ਭਗਤ ਹੈ ਪੂਰਾ, ਤੇ ਅੰਦਰ ਕੁਝ ਵੀ ਨਾ ਹੋਣਾ। ਜੈਸੇ ਕਲਸ ਘੁਮਾਰ ਕਾ ऊपर चित्र अनूप, वास्तु नहीं तिस मध्य में जैसे जल बिन कूप। कहते जिमें घुमार दा घड़ा हुंदा है ना, ਉਹਦੇ ਉੱਪਰ ਬਹੁਤ ਸਾਰੇ ਡਿਜ਼ਾਈਨ ਹੁੰਦੇ ਨੇ, ਬਹੁਤ ਸਾਰੇ। ਪਰ ਜੇ ਉਹਦੇ ਵਿੱਚ ਕੋਈ ਵਸਤੂ ਨਾ ਹੋਵੇ, ਕਹਿੰਦੇ ਉਹ ਤਾਂ ਖਾਲੀ ਖੂਹ ਵਰਗਾ ਹੀ ਹੈ ਨਾ। ਜੈਸੇ ਕਲਸ ਘੁਮਾਰ ਕਾ ਉੱਪਰ ਚਿਤਰ ਅਨੂਪ, ਜਿਵੇਂ ਜੀਵ ਉੱਪਰੋਂ ਪਹਿਰਾਵਾ ਬਹੁਤ ਸੋਹਣਾ ਕਰ ਲਵੇ, ਵੀ ਦੇਖਣ ਨੂੰ ਭਗਤ ਲੱਗਦਾ। ਪਰ ਅੱਜ ਸੰਸਾਰ ਦੇ ਵਿੱਚ ਕੀ ਹੈ, ਉੱਪਰੋਂ ਜੀਵ ਭਗਤ ਦਿਖਣਾ ਚਾਹੁੰਦਾ ਹੈ, ਅੰਦਰ ਪ੍ਰੇਮ ਨਹੀਂ ਹੈ। ਜਦੋਂ ਉਹਦੇ ਨਾਲ ਪ੍ਰੇਮ ਹੋ ਗਿਆ, ਫਿਰ ਦੂਜਾ ਖਤਮ ਹੋ ਜਾਣਾ ਹੈ। ਹੱਸ ਹੱਸ ਪੀਵ ਨਾ ਪਾਈਏ, ਕਹਿੰਦੇ ਹੱਸਣ ਦੇ ਨਾਲ ਨਹੀਂ, ਨਾ ਉਹ ਹੱਸਣ ਦੇ ਨਾਲ ਮਿਲਦਾ, ਇੱਕ ਦਿਖਾਵਾ ਕਰਦਾ ਵੀ ਇਹਨੂੰ ਤਾਂ ਵੈਰਾਗ ਵਾਲਾ ਚੜਿਆ, ਨਹੀਂ ਇਹ ਰੋਂਦਾ ਬਹੁਤਾ, ਨਹੀਂ ਉਹਦਾ ਰੋਣਾ ਕੁਝ ਹੋਰ ਤਰੀਕੇ ਦਾ ਹੈ। ਉਹਦੀਆਂ ਅੱਖਾਂ ਨਵਣ ਰਹਿੰਦੀਆਂ ਨੇ, ਅੱਖਾਂ ਅੰਦਰੋਂ ਅੰਦਰੀ ਗਿੱਲੀਆਂ ਰਹਿੰਦੀਆਂ ਨੇ, ਉਹਦਾ ਮਨ ਸ਼ਾਂਤ, ਉਹ ਗੰਭੀਰ ਰਹਿੰਦਾ ਬਹੁਤ ਜ਼ਿਆਦਾ। ਜਿਹਨੂੰ ਪਰਮੇਸ਼ਰ ਦੇ ਨਾਲ ਪ੍ਰੇਮ ਹੋ ਜਾਂਦਾ ਹੈ, ਤੁਹਾਨੂੰ ਨਾ ਸੰਸਾਰ ਦੀ ਕਿਸੇ ਵਸਤੂ ਦਾ ਰੋਗ ਦੁੱਖ ਲੱਗ ਜਾਵੇ, ਤੁਸੀਂ ਜਿਹੜੀ ਮਰਜ਼ੀ ਸਭਾ ਦੇ ਵਿੱਚ ਬੈਠ ਜਿਓ, ਤੇ ਤੁਹਾਡਾ ਧਿਆਨ ਕਿੱਥੇ ਰਹੂਗਾ? ਉਹੀ ਵਸਤੂ ਦੇ ਵਿੱਚ ਧਿਆਨ ਰਹੂ ਜਿਹਦਾ ਤੁਹਾਨੂੰ ਦੁੱਖ ਲੱਗਿਆ ਹੋਊਗਾ। ਇਸੇ ਤਰ੍ਹਾਂ ਜਿਨ੍ਹਾਂ ਨੂੰ ਉਹ ਪ੍ਰਮਾਤਮਾ ਦੇ ਨਾਲ ਨਿਉ ਲੱਗ ਗਿਆ, ਪ੍ਰੇਮ ਲੱਗ ਗਿਆ, ਉਹਦਾ ਹਰ ਸਮੇਂ ਧਿਆਨ ਉੱਥੇ ਹੀ ਰਹਿਣਾ ਹੈ। ਉਹਨੂੰ ਇਹ ਲੱਗਣਾ ਵੀ ਹੁਣ ਵੀ ਆਇਆ, ਹੁਣ ਵੀ ਆਇਆ, ਹੁਣ ਵੀ ਮਿਲਿਆ, ਹੁਣ ਵੀ ਮਿਲਿਆ। ਜਿਵੇਂ ਪ੍ਰੇਮੀ ਦੀ ਖੋਜ ਦੇ ਵਿੱਚ ਜੀਵ ਰੋਂਦਾ ਰਹਿੰਦਾ ਹੈ, ਕਿਸੇ ਦਾ ਬੱਚਾ ਵੀ ਖੋਜਵੇ, ਉਹਦੀ ਯਾਦ ਦੇ ਵਿੱਚ ਮਾਂ ਰੋਂਦੀ ਰਹਿੰਦੀ ਹੈ। ਕਹਿੰਦੇ ਇਹ ਵੀ ਪ੍ਰਮਾਤਮਾ ਦੀ ਯਾਦ ਦੇ ਵਿੱਚ ਅੰਦਰੋਂ ਅੰਦਰੀ ਰੋਂਦਾ ਰਹਿੰਦਾ, ਅੰਦਰੋਂ ਅੰਦਰੀ, ਕਿਉਂਕਿ ਐਸਾ ਬਿਰਹਾ, ਐਸਾ ਵਿਜੋਗ ਇਹਨੂੰ ਲੱਗ ਜਾਂਦਾ ਹੈ। ਤੇ ਜਦੋਂ ਉਹਦੀ ਝਲਕ ਪੈਂਦੀ ਹੈ, ਜਦੋਂ ਦੀ ਇੱਕ ਤਾਂ ਹੱਸਣਾ ਹੁੰਦਾ ਨਾ, ਉਹੀ ਮੜ ਜੀ ਹਾ 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 ਹਾ, ਉਹਨੂੰ ਇਹ ਨਾ ਸੋਚੋ ਵੀ ਉਹਨੇ ਖਾਨੀ ਰੱਬ ਪਾ ਲਿਆ। ਉਹਦੇ ਤੁਸੀਂ ਚਿਹਰੇ ਬੰਨੀ ਦੇਖੋਗੇ, ਉਹਦਾ ਚਿਹਰਾ ਤੁਹਾਨੂੰ ਖਿੜਿਆ ਖਿੜਿਆ ਲੱਗੂ,
ਆਨੰਦਮਈ। ਕਿਉਂਕਿ ਗੁਰਬਾਣੀ ਕਹਿੰਦੀ ਹੈ ਉਹਦੇ ਚਿਹਰੇ ਦੇ ਵਿੱਚੋਂ ਨੂਰੀ ਝਲਕਾਂ ਪੈਣਗੀਆਂ, ਉਹਦੇ ਚਿਹਰੇ ਨੂੰ ਦੇਖ ਕੇ ਸਾਨੂੰ ਕੁਝ ਹੋਊਗਾ। ਕਿਉਂਕਿ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ। ਕਹਿੰਦੇ ਜਿਹਨੇ ਸਤਿਪੁਰਖ ਨੂੰ ਜਾਣ ਲਿਆ ਨਾ, ਉਹਦੇ ਚਿਹਰੇ ਦੇ ਵਿੱਚੋਂ ਇੱਕ ਝਲਕ, ਇੱਕ ਮੁਸਕਾਨ ਮਿਲੂਗੀ ਸਾਨੂੰ। ਮੁਸਕਾਨ ਐਂ ਲੱਗੂਗਾ ਵੀ ਆਹ ਬੰਦਾ ਨਾ ਜਿਹੜਾ, ਉਹਨੂੰ ਐਂ ਲੱਗੂ ਵੀ ਇਹਨੂੰ ਮੈਂ ਬੁਲਾਵਾਂ, ਇਹ ਤੋਂ ਮੈਨੂੰ ਕੁਝ ਪ੍ਰਾਪਤ ਹੋ, ਕਿਉਂਕਿ ਉਹਨੇ ਉਹਨੂੰ ਪਾ ਲਿਆ ਹੈ। ਤੇ ਜਿਹਨੂੰ ਵਿਜੋਗ ਲੱਗਿਆ ਹੋਇਆ ਉਹਦਾ ਇੱਕ ਰਸ ਆਉਣ ਦੀ ਇੱਕ ਭਾਵ ਜਾਗੀ ਹੈ, ਉਹਦੀਆਂ ਅੱਖਾਂ ਨਵਣ ਰਹਿਣਗੀਆਂ ਵੀ ਮੈਨੂੰ ਮਿਲ ਜਵੇ, ਮੈਨੂੰ ਮਿਲ ਜਵੇ। ਜਿਹਨੂੰ ਉਹਦੀ ਝਲਕ ਪੈ ਗਈ, ਉਹਦੇ ਬਾਰੇ ਕੁਝ ਵੀ ਥੋੜਾ ਜਿਹਾ ਵੀ ਹੋ ਗਿਆ, ਉਹਦੇ ਅੰਦਰ ਇੱਕ ਐਸੀ ਮੁਸਕਾਨ ਪੈਦਾ ਹੋ ਜਾਣੀ ਹੈ, ਉਹਦੇ ਚਿਹਰੇ 'ਚੋਂ ਐ ਲਪਟਾਂ ਪੈਣਗੀਆਂ ਪਿਆਰੇ, ਲਪਟਾਂ। ਜਿਵੇਂ ਕਹਿੰਦੇ ਆ ਆਭਾ ਬਣ ਜੂ ਉਹਦੇ ਆਲੇ ਦੁਆਲੇ, ਗੁਰੂਆਂ ਦੇ ਬਣਿਆ ਹੁੰਦਾ ਨਾ ਇਦਾਂ ਇੱਕ ਆਲੇ ਦੁਆਲੇ ਸੂਰਜ ਜਿਹਾ, ਉਹਦੇ ਵੀ ਸਰੀਰ ਦੇ ਆਲੇ ਦੁਆਲੇ ਇੱਕ ਆਭਾ ਬਣ ਜਾਂਦੀ ਹੈ। ਤੇ ਉਹਨੂੰ ਬਣਾਉਣ ਦੇ ਵਾਸਤੇ ਸਾਨੂੰ ਆ ਜਿਹੜਾ ਸਮਾਂ ਇਹਦੀ ਜ਼ਰੂਰਤ ਹੈ। ਤੇ ਹੁਣ ਤਾਂ ਸੰਸਾਰ ਜਲਿਆ ਬਲਿਆ ਪਿਆ ਹੈ, ਈਰਖਾ ਦੀ ਅੱਗ ਦੇ ਵਿੱਚ ਜਿਵੇਂ ਭੱਠੀ ਦਾ ਦਾਣਾ ਭੁੱਜਦਾ ਹੈ ਨਾ, ਐਂ ਭੁੱਜਿਆ ਪਿਆ ਹੈ। ਭੀਤ ਐਸੀ ਖੜੀ ਕਰਤੀ, ਕੰਧਾਂ ਐਸੀਆਂ ਖੜੀਆਂ ਕਰਤੀਆਂ ਸੰਸਾਰ ਨੇ। ਤੇ ਦੂਰ ਤਾਂ ਜਾਓ, ਅੱਗੇ ਨਾ ਪੂਰਾ ਪਰਿਵਾਰ ਇਕੱਠਾ ਰਹਿੰਦਾ ਸੀ, ਪੂਰਾ ਪਰਿਵਾਰ, 5 7 ਭਾਈ ਹੁੰਦੇ ਸੀ, ਕਈਆਂ ਦੇ ਤਾਂ 12 ਹੁੰਦੇ ਸੀ ਭੈਣ ਭਾਈ। ਉਹ ਆਏ ਇਕੱਠੇ ਰਹਿੰਦੇ ਸੀ, ਸੂਈ ਨਹੀਂ ਸੀ ਲੰਘਦੀ ਵਿੱਚ ਦੀ, ਸੂਈ ਵੀ। ਤੇ ਪਿਆਰੇ ਅੱਜ ਸਾਰੇ ਕੱਲੇ ਇੱਕ ਦੂਜੇ ਦੇ ਦੁਸ਼ਮਣ ਬਣੇ ਪਏ ਨੇ। ਗਵਾਂਢੀ ਨਾਲ ਤਾਂ ਵਰਤਣਗੇ ਪਰ ਸਕੇ ਭਾਈ ਨਾਲ ਨਹੀਂ ਵਰਤਦਾ। ਕੈਸਾ ਸਮਾਂ ਆ ਗਿਆ। ਕੋਈ ਬਿਰਲੇ ਹੋਣਗੇ ਜਿਹੜੇ ਦੋ ਭਾਈ ਵਰਤਦੇ ਹੋਣਗੇ, ਕੋਈ ਬਿਰਲੇ, ਨਹੀਂ ਤਾਂ ਉਹਨਾਂ ਦੇ ਵਿੱਚ ਵੀ ਤਰੇੜ ਪਈ ਹੋਣੀ ਹੈ ਵੀ ਨਾ ਯਾਰ ਇਹ ਅੱਗੇ ਨਾ ਲੰਘ ਜੇ। ਉਹਨੂੰ ਇੱਕ ਸ਼ਰੀਕ ਬਣਾ ਕੇ ਵਰਤਣਗੇ। ਕਾਰਨ ਕੀ? ਕਿਉਂਕਿ ਸਾਨੂੰ ਜੋੜਨ ਵਾਲੀ ਕਿਸੇ ਨੇ ਗੱਲ ਹੀ ਨਹੀਂ ਕਰੀ। ਉਹ ਸਾਨੂੰ ਇਤਿਹਾਸ ਹੀ ਨਹੀਂ ਮਿਲ ਰਹੇ। ਉਹ 5 ਪਾਂਡਵਾਂ ਵਰਗਾ ਉਹ ਪ੍ਰੇਮ ਸਾਨੂੰ ਦੱਸਿਆ ਹੀ ਨਹੀਂ ਗਿਆ। ਰਾਮ ਲక్ష్మణ ਭਰਤ ਸ਼ਤਰੂਗਣ 4 ਭਰਾ ਇਕੱਠੇ ਰਹਿੰਦੇ ਸੀ, ਉਹ ਪ੍ਰੇਮ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ। ਭਾਈਆਂ ਨੇ ਕਿਵੇਂ ਰਹਿਣਾ? ਉਹ ਸਾਡੇ ਨਾ ਜੀ ਇਹ ਤਾਂ ਹਿੰਦੂਆਂ ਦਾ, ਇਹ ਨਹੀਂ ਪੜ੍ਹਨਾ, ਪ੍ਰੇਮ ਕਿੱਥੋਂ ਜਾਗਣਾ ਸੀ? ਉਹ ਸਾਨੂੰ ਦੱਸਿਆ ਹੀ ਨਹੀਂ ਗਿਆ। ਰੂਪ ਬਸੰਤ ਆਉਣੀ, ਭਾਈ ਇੱਕ ਦੂਜੇ ਪਾਸੇ ਕਿਵੇਂ ਇੱਕ ਦੂਜੇ ਪਾਸੇ ਜਾਨ ਨਿਸਾਬਰ ਕਰਦੇ ਸੀ। ਤੇ ਭਾਈਆਂ ਦਾ ਪ੍ਰੇਮ ਕਿੱਥੋਂ ਰਹਿਣਾ? ਕਿਉਂਕਿ ਸਾਨੂੰ ਜੈਸੀ ਅਸੀਂ ਸਿੱਖਿਆ ਸੁਣਾਂਗੇ, ਜੈਸਾ ਖਾਈਏ ਅੰਨ ਵੈਸਾ ਹੋਵੇ ਮਨ, ਜੈਸਾ ਕਰੀਏ ਸੰਗ ਵੈਸਾ ਚੜੇ ਰੰਗ। ਜਿਹੋ ਜਿਹਾ ਅਸੀਂ ਸੁਣੀ ਜਾਵਾਂਗੇ ਉਹਦਾ ਸਾਡੇ ਤੇ ਅਸਰ ਹੋਈ ਜਾਣਾ ਹੈ। ਕਿਉਂਕਿ ਜਿਹੋ ਜਿਹਾ ਇਤਿਹਾਸ ਅਸੀਂ ਵੀਰ ਰਸ ਵਾਲਾ ਇਤਿਹਾਸ ਸੁਣ ਲੱਗ ਜਾਈਏ, ਸਾਡੇ ਅੰਦਰ ਜੋਸ਼ ਪੈਦਾ ਹੋਣ ਲੱਗ ਜਾਣਾ। ਤੁਸੀਂ ਵੈਸੇ ਵੀ ਨਾ ਕਿਸੇ ਦੀ ਬੈਠ ਕੇ ਉਦਾਂ ਹੀ ਕਹਿ ਦਿਓ ਫਲਾਣਾ ਬੰਦਾ ਇਹੋ ਜਿਹਾ, ਸੁਣਨ ਵਾਲੇ ਤੇ ਉਦੋਂ ਹੀ ਅਸਰ ਹੋ ਜਾਣਾ। ਭਾਵੇਂ ਅੱਗੇ ਵਾਲਾ ਬੰਦਾ 100% ਸੱਚਾ ਸੁੱਚਾ ਹੋਵੇ, ਪਰ ਉਹਦੇ ਦਿਮਾਗ ਦੇ ਵਿੱਚ ਉਹ ਗੱਲ ਖੜਕਦੀ ਰਹਿਣੀ ਹੈ ਜਿਹਨੇ ਸੁਣਿਆ। ਨਹੀਂ ਯਾਰ ਤੈਨੂੰ ਨਹੀਂ ਪਤਾ, ਮੈਨੂੰ ਪਤਾ ਇਹਦੇ ਬਾਰੇ। ਇਸੇ ਤਰ੍ਹਾਂ ਜਿਹੋ ਜਿਹੇ ਅਸੀਂ ਸਤਸੰਗ ਦੇ ਵਿੱਚ ਸੁਣਦੇ ਆ ਨਾ ਇਤਿਹਾਸ, ਜਿਹੋ ਜਿਹੀਆਂ ਅਸੀਂ ਗੱਲਾਂ ਸੁਣਦੇ ਆ, ਉਹਦਾ ਸਾਡੇ ਉੱਪਰ ਅਸਰ ਹੁੰਦਾ ਹੀ ਹੁੰਦਾ ਹੈ। ਗੁਰਬਾਣੀ ਨੂੰ ਪੜ੍ਹ ਕੇ ਦੇਖ ਲਓ, ਕਿਤੇ ਵੀ ਕਿਸੇ ਦਾ ਵਿਰੋਧ ਨਹੀਂ ਹੈ, ਕਿਸੇ ਦਾ ਵੀ। ਕਿਉਂਕਿ ਜਿੱਥੇ ਜਿਹਨੇ ਵਿਰੋਧ ਕਿਸੇ ਦਾ ਕੋਈ ਕਰਿਆ, ਉਹ ਬਾਣੀ ਦੇ ਵਿੱਚ ਨਹੀਂ ਹੈ। ਤੇ ਜਿਹਦੀ ਉਹ ਬਾਣੀ ਹੈ, ਜਿਨ੍ਹਾਂ ਨੇ ਉਹ ਬਾਣੀ ਰਚੀ ਹੈ, ਉੱਥੇ ਕੋਈ ਵਿਰੋਧ ਨਹੀਂ। ਉੱਥੇ ਤਾਂ ਬਸ ਤੂੰ ਹੀ ਤੂੰ, ਦੂਜਾ ਕੋਈ ਨਹੀਂ। ਉਹ ਪ੍ਰਮਾਤਮਾ ਹੈ, ਉਹ ਸਾਰਿਆਂ ਦੇ ਵਿੱਚ ਹੈ। ਸਭ ਘਟ ਮੇਰਾ ਸਾਈਆਂ, ਖਾਲੀ ਘਟ ਨਹੀਂ ਕੋਈ। ਉਹਦੇ ਪ੍ਰਮਾਤਮਾ ਤੋਂ ਬਿਨਾਂ ਦੂਜੀ ਘਟ ਕੋਈ ਹੈ ਹੀ ਨਹੀਂ। ਉੱਥੇ ਸਨਾਤਨਤਾ ਦੀ ਗੱਲ ਹੈ, ਉੱਥੇ ਕੋਈ ਝਗੜੇ ਨਹੀਂ, ਉੱਥੇ ਕੁਝ ਦੂਸਰਾ ਹੈ ਹੀ ਨਹੀਂ। ਉੱਥੇ ਸਾਰੇ ਇੱਕ ਮਿਕ ਹੋਏ ਨੇ। ਜਦੋਂ ਤੱਕ ਇੱਕ ਮਿਕ ਨਹੀਂ ਹੁੰਦੇ ਪਿਆਰਿਓ, ਉਦੋਂ ਤੱਕ ਸਾਨੂੰ ਸ਼ਾਂਤੀ ਨਹੀਂ ਮਿਲਣੀ। ਝਗੜੇ ਪਾਲੋ ਜਿੰਨੇ ਮਰਜੀ, ਅਸੀਂ ਉਨੇ ਹੀ ਗੁਰੂ ਤੋਂ ਦੂਰ ਹੁੰਦੇ ਜਾਂਦੇ ਆ। ਨੇੜੇ ਨਹੀਂ ਆਉਂਦੇ ਗੁਰੂ ਦੇ, ਗੁਰੂ ਤੋਂ ਦੂਰ ਉਨੇ ਹੀ ਦੂਰ ਹੁੰਦੇ ਜਾਂਦੇ ਆ। ਤੇ ਹੁਣ ਆਪਾਂ ਦੇਖਦੇ ਆ ਅੱਗੇ ਸਤਸੰਗ ਹੁੰਦੇ,
ਤੇ ਲੋਕ ਐਂ ਇਕੱਠੇ ਹੁੰਦੇ। ਹੁਣ ਕਿਹੜੇ ਪਿੰਡਾਂ 'ਚ ਸਤਸੰਗ ਹੁੰਦੇ ਨੇ ਦੱਸੋ? ਇੱਕ ਸਿਰਫ ਅਸਥਾਨਾਂ ਤੇ ਰਹਿ ਗਏ ਸਤਸੰਗ, ਸਿਰਫ ਅਸਥਾਨਾਂ ਤੇ ਰਹਿ ਗਏ। ਅੱਗੇ ਪਿੰਡਾਂ ਦੇ ਪਿੰਡ ਇਕੱਠੇ ਹੋ ਕੇ ਸਤਸੰਗ ਕਰਾਉਂਦੇ। ਕਦੇ ਕੋਈ ਮਹਾਤਮਾ ਦੇ ਦੀਵਾਨ ਲੱਗਦੇ, ਇੱਕ ਨਹੀਂ 7 ਦੀਵਾਨ ਲੱਗਦੇ ਤੇ ਸਾਰੇ ਲੋਕ ਸੁਣਦੇ। ਬੱਚਿਆਂ ਦੇ ਸੰਸਕਾਰ ਪੈਂਦੇ, ਬੱਚੇ ਫਿਰ ਉਹੋ ਜਿਹਾ ਜੀਵਨ ਗੁਰਸਿੱਖੀ ਦੇ ਵਿੱਚ ਜੀਵਨ ਜਾਂਦਾ ਹੈ। ਕੋਈ ਸ਼ਰਾਬਾਂ ਤੋਂ ਬਚਦਾ, ਨਸ਼ਿਆਂ ਤੋਂ ਬਚਦਾ। ਹੁਣ ਸਿਰਫ ਗੁਰੂ ਘਰਾਂ ਦੇ ਪ੍ਰੋਗਰਾਮ ਰਹਿ ਗਏ। ਇੱਥੇ ਜਿਹੜੇ ਤੁਸੀਂ ਜੁੜੇ ਹੋਏ ਹੋ ਉਹ ਆ ਗਏ, ਬਾਕੀ ਦੇ ਤਾਂ ਨਹੀਂ ਆਏ। ਉੱਥੇ ਸਾਰੇ ਜਾਂਦੇ, ਸਾਰਾ ਨਗਰ ਜਾਂਦਾ। ਚਾਹੇ ਕੋਈ ਨਹੀਂ ਵੀ ਗੁਰੂ ਘਰ ਜਾਂਦਾ ਸੀ, ਉਹ ਸਤਸੰਗ ਦੇ ਵਿੱਚ ਵੀ ਬੈਠਦਾ ਜਾ ਕੇ, ਤੇ ਉੱਥੇ ਮਹਾਂਪੁਰਖ ਐਸਾ ਉਪਦੇਸ਼ ਦਿੰਦੇ, ਐਸਾ ਗਿਆਨ ਦਿੰਦੇ। ਕਿਉਂਕਿ ਜਿਹੜੀ ਗੱਲ ਇੱਕ ਵਾਰ ਸੁਣ ਲਈ ਜੀਵ ਭੁੱਲਦਾ ਨਹੀਂ ਸੀ, ਉਹਦਾ ਅਸਰ ਹੁੰਦਾ ਸੀ। ਹੁਣ ਵੀ ਅਸਰ ਹੁੰਦਾ ਹੈ। ਤੁਸੀਂ ਮੋਬਾਈਲ ਨੂੰ ਚੱਕੋ, ਉਹਨੂੰ ਮਾੜਾ ਜਿਹਾ ਦੇਖੋ, ਕੋਈ ਗੱਲ ਸੁਣ ਲਓ, 2 ਦਿਨ ਉਹੀ ਗੱਲ ਕਰੀ ਜਾਣੀ ਆ। ਅਸੀਂ ਕੋਈ ਬਿਆਨ ਆ ਜਾਵੇ, ਕਿਸੇ ਲੀਡਰ ਦਾ ਆ ਜਾਵੇ, ਕਿਸੇ ਪ੍ਰਚਾਰਕ ਦਾ ਐਸਾ ਵਿਵਾਦੀ ਬਿਆਨ ਆ ਜਾਵੇ ਤੇ ਅਸੀਂ ਨਾ ਜਦੋਂ ਕੋਈ ਮਿਲਦਾ, ਜਦੀ ਉਹ ਫਲਾਣੇ ਨੇ ਦੇਖੇ ਆਹ ਗੱਲ ਆਏ ਹੋਈ ਹੈ। ਹਰ ਗੱਲ ਦਾ ਸਾਡੇ ਉੱਪਰ ਅਸਰ ਹੁੰਦਾ ਹੈ। ਇਸੇ ਕਰਕੇ ਮਹਾਂਪੁਰਖ ਕਹਿੰਦੇ ਹਰ ਗੱਲ ਵਿਚਾਰ ਕੇ ਕਰੋ, ਸਮਝ ਵਿਚਾਰੇ ਬੋਲਣਾ ਕਦੇ ਵੀ। ਤਾਂ ਹੀ ਮਹਾਂਪੁਰਖ ਕਹਿੰਦੇ ਨੇ, ਉਹ ਪਿਆਰਿਆ ਕਿਸੇ ਦੀ ਵੀ ਨਿੰਦਿਆ ਨਾ ਕਰਿਆ ਕਰ, ਨਿੰਦਿਆ ਭਲੀ ਕਿਸੇ ਕੀ ਨਾਹੀ, ਮਨ ਮੁਖ ਮੁਗਧ ਕਰਨ। ਕਹਿੰਦੇ ਨਿੰਦਿਆ ਕਿਸੇ ਦੀ ਵੀ ਚੰਗੀ ਨਹੀਂ। ਤੂੰ ਤਾਂ ਫਿਰ ਰੱਬ ਦੇ ਪਿਆਰਿਆਂ ਨੂੰ ਨਿੰਦਣਾ ਸ਼ੁਰੂ ਕਰ ਲਿਆ, ਜਿਹੜੇ ਉਹਦੇ ਹੋਏ ਨੇ। ਤੇ ਨਿੰਦਿਆ ਤਾਂ ਕਿਸੇ ਦੀ ਵੀ ਨਾ ਕਰ, ਪਤਾ ਨਹੀਂ ਉਹਦੇ ਪਿੱਛੇ ਕੀ ਰੀਜਨ ਹੋਊਗਾ। ਨਿੰਦਿਆ ਭਲੀ ਕਿਸੇ ਕੀ ਨਾਹੀ, ਮਨ ਮੁਖ। ਕਹਿੰਦੇ ਮਨ ਮੁਖ ਦੀ ਨਿਸ਼ਾਨੀ ਹੈ, ਪਰ ਅਸੀਂ ਗੁਰਸਿੱਖ ਬਣਦੇ ਹਾਂ। ਦਾਸ ਕੱਲ ਜੰਡਾਲੀ ਪਿੰਡ ਦੇ ਵਿੱਚ ਦੀਵਾਨ ਸੀ, ਉੱਥੇ ਵੀ ਇਹੀ ਬੇਨਤੀ ਕਰੀ ਵੀ ਤੁਸੀਂ ਆਪਣੇ, ਅਸੀਂ ਗੁਰੂ ਤੋਂ ਦੂਰ ਕਿਉਂ ਹੋ ਗਏ? ਸਾਨੂੰ ਸ਼ਾਂਤੀ ਕਿਉਂ ਨਹੀਂ ਮਿਲਦੀ? ਸਾਨੂੰ ਆਨੰਦ ਪ੍ਰਾਪਤ ਕਿਉਂ ਨਹੀਂ ਹੁੰਦਾ? ਬਹੁਤ ਲੋਕ ਇਹੋ ਜਿਹੇ ਹੋਣਗੇ ਜਿਹੜੇ ਰੋਜ਼ ਗੁਰੂ ਘਰ ਜਾਂਦੇ ਹੋਣਗੇ, ਪਰ ਉਹ ਸ਼ਾਂਤੀ ਨਹੀਂ ਮਿਲ ਰਹੀ, ਕਲਪਨਾ ਨਹੀਂ ਖਤਮ ਹੋ ਰਹੀ। ਮੰਦਰਾਂ ਦੇ ਵਿੱਚ ਜਾਂਦੇ ਹੋਣਗੇ, ਮਸਜਿਦ ਦੇ ਵਿੱਚ ਜਾਂਦੇ ਹੋਣਗੇ, ਜਿੱਥੇ ਵੀ ਗੁਰੂ ਸਥਾਨ ਬਣੇ ਆ ਸਾਰੇ ਜਾਂਦੇ ਹੋਣਗੇ, ਰੋਜ਼ ਵੀ ਜਾਂਦੇ ਹੋਣਗੇ, ਪਰ ਜਿਹੜੀ ਸ਼ਾਂਤੀ, ਜਿਹੜੀਆਂ ਅਸੀਂ ਗੱਲਾਂ ਕਰਦੇ ਹਾਂ ਗੁਰੂਆਂ ਪੀਰਾਂ ਦੀਆਂ, ਐਸਾ ਆਨੰਦ ਕਿਉਂ ਨਹੀਂ ਪ੍ਰਾਪਤ ਹੁੰਦਾ ਹੈ? ਕਿਉਂ? ਕਿਉਂਕਿ ਉਹਦੇ ਵਿੱਚ ਰੀਜਨ ਇਹ ਰਹਿ ਜਾਂਦਾ ਹੈ, ਅਸੀਂ ਗੁਰੂ ਦੇ ਦਾਇਰੇ ਤੋਂ ਬਾਹਰ ਨਿਕਲ ਜਾਂਦੇ ਹਾਂ। ਗੁਰਬਾਣੀ ਦਾ ਜਿਹੜਾ ਦਾਇਰਾ ਹੈ ਨਾ, ਉਹਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ। ਤੁਸੀਂ ਸੰਸਾਰ ਦਾ ਕੋਈ ਕੰਮ ਕਰਦੇ ਹੋ, ਕਿਤੇ ਜੌਬ ਤੇ ਨੌਕਰੀ ਤੇ ਜਾਂਦੇ ਹੋ, ਉੱਥੇ ਨਾ ਇੱਕ ਡਿਸਪਲਿਨ ਬਣਿਆ ਹੋਇਆ ਹੈ, ਇੰਨੇ ਟਾਈਮ ਤੇ ਤੈਂ ਆਉਣਾ, ਮੋਬਾਈਲ ਦੀ ਵਰਤੋਂ ਨਹੀਂ ਕਰਨੀ। ਧਿਆਨ ਦੇਣਾ ਪਿਆਰਿਓ, ਇੰਨੇ ਟਾਈਮ ਤੇ ਤੈਂ ਡਿਊਟੀ ਤੇ ਆਉਣਾ, ਮੋਬਾਈਲ ਦੀ ਵਰਤੋਂ ਨਹੀਂ ਕਰਨੀ, ਆਹ ਕੰਮ ਤੈਂ ਕਰਨਾ, ਇੰਨੇ ਵਜੇ ਤੈਨੂੰ ਛੁੱਟੀ, ਫਿਰ ਆਪਦੇ ਘਰ ਜਾਣਾ। ਤੇ ਜੇ ਬੰਦਾ ਉੱਥੇ 10 ਵਜੇ ਜਾਵੇ 8 ਵਜੇ ਦੀ ਜਗ੍ਹਾ ਤੇ ਜਾ ਕੇ ਮੋਬਾਈਲ ਖੋਲ ਕੇ ਦੇਖੀ ਜਾਵੇ ਕਿ ਜਿਹੜਾ ਅੱਗੇ ਵਾਲਾ ਮਾਲਕ ਹੈ ਉਹ ਕੋਈ ਤਨਖਾਹ ਦੇਊਗਾ? ਉਹਨੇ ਆਪਦੇ ਡਿਸਪਲਿਨ ਦੇ ਵਿੱਚ ਰੱਖਣਾ, ਆਪਦਾ ਕੰਮ ਕਰਾਉਣਾ ਹੈ। ਤੇ ਜੇ ਉਹ ਸਹੀ ਤਰੀਕੇ ਦੇ ਨਾਲ ਜਾਂਦਾ ਹੈ ਤਾਂ ਮਾਲਕ ਉਹਨੂੰ ਪੂਰੀ ਪੇ ਦਿੰਦਾ ਹੈ, ਪੂਰੀ ਨੌਕਰੀ ਦਿੰਦਾ ਹੈ। ਪਰ ਜਿਹੜਾ ਇਹ ਮਾਲਕ ਹੈ, ਇਹਦਾ ਵੀ ਇੱਕ ਡਿਸਪਲਿਨ ਹੈ, ਇਹਦੀ ਵੀ ਇੱਕ ਮਰਿਆਦਾ ਹੈ। ਜਦੋਂ ਤੱਕ ਜੀਵ ਮਰਿਆਦਾ ਦੇ ਵਿੱਚ ਰਹਿੰਦਾ ਹੈ, ਫਿਰ ਜੋ ਮਰਜ਼ੀ ਠਾਕਰ ਤੋਂ ਮੰਗ ਲੈ ਉਹ ਦਿੰਦਾ ਹੈ। ਜੋ ਮਰਜ਼ੀ ਕੋਈ ਵਸਤੂ ਮੰਗ ਲਵੇ, ਗੁਰੂ ਕਦੇ ਜਵਾਬ ਨਹੀਂ ਦਿੰਦਾ। ਪਰ ਉਹਦੀ ਮਰਿਆਦਾ ਹੈ। ਉਹਦੀ ਮਰਿਆਦਾ ਕੀ ਹੈ ਭਾਈ? ਤੈਨੂੰ ਜਿਹੜੀ ਅੱਖ ਹੈ ਉਹ ਸਾਫ਼ ਰੱਖਣੀ ਪਊਗੀ। ਕਿਉਂਕਿ ਜਦੋਂ ਤੱਕ ਸੇਵਕ, ਅੱਜ ਮਹਾਂਪੁਰਖ ਬੈਠੇ ਸੀ, ਇੱਕ ਵਿਚਾਰ ਚੱਲੀ, ਜਦੋਂ ਤੱਕ ਸੇਵਕ ਗੁਰੂ ਦੇ ਚਰਨਾਂ 'ਚ ਧਿਆਨ ਰੱਖਦਾ ਹੈ, ਆਗਿਆਕਾਰੀ ਹੁੰਦਾ, ਸਤ ਵਚਨ ਦਾ ਅਧਿਕਾਰੀ ਹੁੰਦਾ ਕੋਈ ਵੀ ਸੇਵਕ। ਬਾਬਾ ਜੀ ਨੇ ਕਹਿਤਾ ਵੀ ਤੇਰੀ ਡਿਊਟੀ ਹੈ, ਸਾਹਿਬ ਨੂੰ ਤਾਂ ਚੌਰ ਕਰਨੀ ਹੈ, ਉਹ ਕਹਿੰਦਾ ਸਤ ਵਚਨ ਜੀ। ਦੂਸਰਾ ਦੀਵਾਨ ਆਇਆ ਬਈ ਐਂ ਕਰੀ, ਤੂੰ ਪੰਡਾਲ ਦੇ ਨਾ ਉੱਥੇ ਗੇਟ ਕੋਲੇ ਖੜਨਾ ਹੈ, ਕੋਈ ਰੌਲਾ ਨਾ ਪਾਵੇ,
ਉਹ ਕਹੇ ਸਤ ਵਚਨ ਜੀ। ਤੀਸਰਾ ਦਿਨ ਆ ਗਿਆ, ਬਈ ਤੈਂ ਲੰਗਰ ਵਰਤਾਉਣਾ ਹੈ, ਸਤ ਵਚਨ ਜੀ। ਤੇ ਚੌਥਾ ਦਿਨ ਆਇਆ, ਬਈ ਤੈਂ ਜੋੜਿਆਂ ਦੇ ਵਿੱਚ ਸੇਵਾ ਕਰਨੀ ਹੈ, ਸਤ ਵਚਨ ਜੀ। ਤੇ ਪੰਜਵਾਂ ਦਿਨ ਆ ਗਿਆ, ਬਾਬਾ ਜੀ ਨੇ ਕਹਿਤਾ ਜਾ ਵੀ ਤੈਂ ਇੱਥੋਂ 1 ਕਿਲੋਮੀਟਰ ਦਰਖਤ ਦੇ ਥੱਲੇ ਹਨੇਰੇ 'ਚ ਖੜਨਾ ਹੈ। ਤੇ ਉਹ ਕਹੇ ਬਾਬਾ ਜੀ ਮੈਂ ਨਹੀਂ, ਮੈਂ ਤਾਂ ਚੌਰੇ ਕਰਨੀ ਹੈ। ਉੱਥੇ ਸਾਰੀ ਖੇਡ ਖਤਮ ਹੋ ਜਾਣੀ। ਸੇਵਕ ਆਚਾਰੇ ਦਖਲਾਵੇ ਅੰਚਾਰੇ, ਸੇਵਾ ਨਹੀਂ ਗਹਿਲੀ ਰੇ ਫਲ ਮੰਗੇ ਪਹਿਲੀ ਰੇ। ਗੁਰਬਾਣੀ ਦੇ ਵਿੱਚ ਵੀ ਸ਼ਬਦ ਆਉਂਦਾ ਹੈ, ਚਾਕਰ ਲੱਗੇ ਚਾਕਰੀ, ਨਾਲੇ ਗਾਰਬਵਾਦ, ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ। ਕਹਿੰਦੇ ਗੁਰੂ ਖੁਸ਼ ਨਹੀਂ ਹੁੰਦਾ, ਸੇਵਕ ਦੀ ਗੱਲ ਦੱਸਦੇ ਆ। ਜਿਹੜਾ ਗੁਰੂ ਦਾ ਸਿੱਖ ਹੈ, ਗੁਰੂ ਨੇ ਕਹਿਤਾ ਤੂੰ ਹੋ ਦਰਖਤ ਥੱਲੇ ਕਿਲੋਮੀਟਰ ਦੂਰ ਜਾ ਕੇ ਖੜਨਾ ਹੈ। ਉਹ ਕਹੇ ਜੀ ਸਤ ਵਚਨ, ਕਿਉਂਕਿ ਗੁਰੂ ਕੀ ਆਗਿਆ ਆਪ ਹੀ ਗੁਰੂ ਕੀ ਆਗਿਆ ਜਾਏ। ਇੱਕ ਨਾ ਸੁਜਾਨ ਵੈਦ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਤੇ ਗੁਰੂ ਜੀ ਕਹਿਣ ਲੱਗੇ, ਕਿਉਂਕਿ ਗੁਰੂ ਜਾਣਦੇ ਨੇ, ਗੁਰੂ ਸਮਰੱਥ ਨੇ, ਗੁਰੂ ਜਾਣਨ ਵਾਲੇ ਨੇ। ਉਹਨੂੰ ਕਹਿਣ ਲੱਗੇ ਵੀ ਐਂ ਕਰ, ਕਿਉਂਕਿ ਗੁਰੂ ਨੂੰ ਪਤਾ ਹੁੰਦਾ ਹੈ, ਕਿਉਂਕਿ ਗੁਰੂ ਸਮਰੱਥ ਹੁੰਦਾ ਹੈ ਪਿਆਰੇ। ਗੁਰੂ ਨੂੰ ਪਤਾ ਹੈ ਵੀ ਇਹਦੀ ਕਿੱਥੇ ਜ਼ਰੂਰਤ ਹੈ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਨਾ ਇੱਕ ਨਗਰ ਦੇ ਵਿੱਚ ਗਏ, ਉਹਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜਮਾ ਹੀ ਨਹੀਂ ਬੁਲਾਇਆ, ਵੀ ਨਹੀਂ ਕਿਸੇ ਨੇ ਇੱਕ ਪ੍ਰਸਾਦਾ ਵੀ ਨਹੀਂ ਛਕਾਇਆ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਵਸਦੇ ਰਹੋ, ਵਸਦੇ ਰਹੋ। ਫਿਰ ਅੱਗੇ ਨਗਰ ਦੇ ਵਿੱਚ ਗਏ, ਅੱਗੇ ਮਹਾਂਪੁਰਖੇ ਕਥਾ ਸੁਣਾਉਂਦੇ ਹੁੰਦੇ ਸੀ। ਤੇ ਜਦੋਂ ਨਗਰ ਦੇ ਵਿੱਚ ਗਏ, ਉਹਨਾਂ ਨੇ ਇੰਨੀ ਸੇਵਾ ਕਰੀ, ਇੰਨੀ ਸੇਵਾ ਕਰੀ, ਤੇ ਕਹਿੰਦੇ ਉਹਨਾਂ ਨੇ ਕਿਹਾ ਭਾਈ ਉਜੜ ਜੋ, ਉਜੜ ਜੋ। ਹੁਣ ਨਾਲ ਸੇਵਕ ਹੈ, ਕਹਿਣ ਲੱਗਿਆ ਮਹਾਰਾਜ ਜਿਨ੍ਹਾਂ ਨੇ ਸੇਵਾ ਕਰੀ ਉਹਨਾਂ ਨੂੰ ਤਾਂ ਕਹਿਣੇ ਉਜੜ ਜੋ, ਜਿਨ੍ਹਾਂ ਨੇ ਤੁਹਾਨੂੰ ਬੁਲਾਇਆ ਤੱਕ ਨਹੀਂ, ਇੱਕ ਪ੍ਰਸਾਦਾ ਤੱਕ ਨਹੀਂ ਦਿੱਤਾ, ਕਹਿਣੇ ਵਸਦੇ ਰਹੋ। ਪਾਤਸ਼ਾਹ ਕਹਿਣ ਲੱਗੇ ਪਿਆਰਿਓ, ਜੇ ਇਹ ਨਲਾਇਕ ਲੋਕ ਬਾਹਰ ਜਾਣਗੇ ਹੋਰਾਂ ਦਾ ਵੀ ਸੰਸਕਾਰ ਖਰਾਬ ਕਰਨਗੇ। ਤੇ ਜਿਨ੍ਹਾਂ ਨੇ ਸੇਵਾ ਕਰੀ ਹੈ, ਜਿੱਥੇ ਜਿੱਥੇ ਜਾਣਗੇ, ਜਿੱਥੇ ਜਿੱਥੇ ਜਾਣਗੇ ਲੋਕਾਂ ਦੇ ਸੰਸਕਾਰ ਪਾਉਣਗੇ। ਚੰਗਾ ਬੰਦਾ ਜਿੱਥੇ ਜਾਊਗਾ ਚੰਗੇ ਸੰਸਕਾਰ ਪਾਊਗਾ, ਮਾੜਾ ਬੰਦਾ ਜੇ ਕਿਤੇ ਚਲਿਆ ਗਿਆ ਉਹਨੇ ਮਾੜੀ ਸੰਸਕਾਰ ਪਾਉਣੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਸੁਜਾਨ ਵੈਦ ਨੂੰ ਕਹਿੰਦੇ ਚੱਲ ਬਈ ਇੱਥੋਂ ਦੌੜ ਜਾ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਕਿਸੇ ਜਗ੍ਹਾ ਇਹਦੀ ਜ਼ਰੂਰਤ ਹੈ, ਤੂੰ ਇੱਥੋਂ ਦੌੜ ਜਾ। ਸੁਜਾਨ ਵੈਦ ਕਹਿੰਦਾ ਸਤ ਵਚਨ ਮਹਾਰਾਜ, ਦੂਜੀ ਗੱਲ ਨਹੀਂ ਕਰੀ। ਸੇਵਕ ਤਾਂ ਸਤ ਵਚਨ ਦਾ, ਸਤ ਵਚਨ ਮਹਾਰਾਜ ਦੌੜਿਆ ਹੀ ਜਾ, ਭੱਜ ਲਿਆ, ਭੱਜ ਲਿਆ, ਭੱਜ ਲਿਆ। ਹੁਣ ਤਾਂ ਜੇ ਸੇਵਕ ਨੂੰ ਕਹੀਏ ਨਾ ਉਹ ਦੌੜ ਕੇ ਯਾਰ ਉੱਥੋਂ ਗਲਾਸ ਚੱਕ ਲਿਆ, ਐ ਹੌਲੀ ਹੌਲੀ ਤੁਰੂ ਵੀ ਕਿਤੇ ਸਰੀਰ ਦਾ ਜ਼ੋਰ ਨਾ ਲੱਗ ਜਾਏ। ਸਾਡੇ ਵੀ ਇੱਕ ਦੋ ਇਹੋ ਜਿਹੇ ਨੇ, ਜੇ ਉਹਨਾਂ ਨੂੰ ਕਹੇ ਨਾ ਭੱਜ ਕੇ ਜਾ, ਹੋਰ ਵੀ ਸਪੀਡ ਘੱਟ ਕਰ ਲੈਣਗੇ ਵੀ ਕਿਤੇ ਜੋ। ਗੁਰੂ ਕਹਿੰਦਾ ਸਮਰੱਥ ਪੁਰਸ਼ ਜਾ, ਭੱਜ ਜਾ, ਜਿੰਨਾ ਜ਼ੋਰ ਨਾਲ ਭੱਜਿਆ ਜਾਂਦਾ ਭੱਜ ਜਾ। ਉਹ ਜ਼ੋਰ ਨਾਲ ਭੱਜਿਆ 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 ਭੱਜਿਆ, ਕਿੰਨੀ ਦੇਰ ਭੱਜੂ ਬੰਦਾ। ਹੁਣ ਵਾਲੇ ਤੋਂ ਤਾਂ ਭੱਜਿਆ ਨਹੀਂ ਜਾਣਾ, ਹੁਣ ਤਾਂ ਉਹ ਗੇਟ ਤੱਕ ਨਹੀਂ ਜਾ ਹੋਣਾ। ਪਹਿਲਾਂ ਸਰੀਰ ਤਕੜੇ ਹੁੰਦੇ ਸੀ, ਕਈ ਕਈ ਕਿਲੋਮੀਟਰ ਤੱਕ ਭੱਜ ਲੈਂਦੇ ਸੀ। ਸੁਜਾਨ ਵੈਦ ਭੱਜਿਆ ਜਾਂਦਾ, ਭੱਜਿਆ ਜਾਂਦਾ, ਭੱਜਿਆ ਜਾਂਦਾ, ਜਾਣੀ ਦੀ ਗੁਰੂ ਦਾ ਬਚਨ ਨਹੀਂ ਉਲਟਾਇਆ ਜਾਂਦਾ, ਜਾਂਦਾ 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 ਸਰੀਰ ਇੰਨਾ ਬੇਸੁੱਧ ਹੋ ਗਿਆ, ਬੇਹੋਸ਼ ਹੋ ਕੇ ਡਿੱਗ ਪਿਆ। ਕਿਉਂਕਿ ਗੁਰੂ ਬਾਰੇ ਕੋਈ ਜਾਣਦਾ ਨਹੀਂ, ਗੁਰੂ ਕੀ ਕਰਨਾ ਚਾਹੁੰਦਾ ਹੈ, ਗੁਰੂ ਸਾਨੂੰ ਕੀ ਬਣਾਉਣਾ ਚਾਹੁੰਦਾ, ਸੇਵਕ ਨਹੀਂ ਜਾਣਦਾ ਇਹ ਗੱਲ। ਸਾਡੀ ਕਿੱਥੇ ਜ਼ਰੂਰਤ ਹੈ, ਗੁਰੂ ਸਾਨੂੰ ਕਿੱਥੇ ਭੇਜਣਾ ਚਾਹੁੰਦਾ, ਇਹ ਸੇਵਕ ਨਹੀਂ ਜਾਣਦਾ। ਇੱਥੇ ਸਾਡਾ ਦਿਮਾਗ ਨਹੀਂ ਕੰਮ ਕਰ ਸਕਦਾ ਪਿਆਰੇ। ਗੁਰੂ ਦੇ ਅੱਗੇ ਅਸੀਂ ਆਪਦਾ ਦਿਮਾਗ ਵਰਤਾਂਗੇ ਫੇਲ ਹੋ ਜਾਾਂਗੇ। ਸਾਨੂੰ ਗੁਰੂ ਦੀ ਮੰਨਣੀ ਪਊਗੀ। ਗੁਰ ਕੀ ਮਤ ਤੂੰ ਲੈ ਇਆਣੇ, ਭਗਤ ਬਿਨਾ ਬਹੁ ਡੁੱਬੇ ਸਿਆਣੇ। ਗੁਰੂ ਦੀ ਮਤ ਤੋਂ ਬਿਨਾ ਜਿਹੜਾ ਆਪਣੀ ਮਤ ਨਾਲ ਚੱਲਦਾ ਹੈ ਉਹ ਡੁੱਬ ਜਾਂਦਾ ਹੈ, ਜਿਹੜਾ ਗੁਰੂ ਦੀ ਮਤ ਲੈਂਦਾ ਉਹ ਤਰ ਜਾਂਦਾ ਹੈ। ਉਹ ਭੱਜਿਆ ਜਾਂਦਾ, ਭੱਜਿਆ ਜਾਂਦਾ, ਭੱਜਿਆ ਜਾਂਦਾ, ਕਈ ਕਿਲੋਮੀਟਰ ਚਲਿਆ ਗਿਆ, ਉੱਥੇ ਜਾ ਕੇ ਡਿੱਗ ਪਿਆ, ਬੇਹੋਸ਼ ਹੋ ਗਿਆ। ਲੋਕਾਂ ਨੇ ਦੇਖਿਆ ਵੀ ਇਹ ਕੌਣ ਬੰਦਾ ਹੈ। ਅੱਗੇ ਰਾਹਗੀਰ ਦੀ ਨਾ ਲੋਕ ਮਦਦ ਕਰਦੇ ਸੀ, ਹੁਣ ਤਾਂ ਇੱਥੇ ਕੋਈ ਐਕਸੀਡੈਂਟ ਹੋਇਆ ਪਿਆ ਹੋਵੇ ਕੋਲ ਦੀ ਲੰਘ ਜਾਂਦੀ ਹੈ।
ਵੀ ਆਪਾਂ ਕਾਹਨੂੰ ਪੰਗਾ ਲੈਣਾ, ਮਰਨ ਵਾਲਾ ਮਰ ਗਿਆ, ਗੱਲ ਖਤਮ, ਆਪਾਂ ਨਾ ਕਿਤੇ ਫਸ ਜਾਈਏ। ਤੇ ਲੋਕ ਬੜੇ ਚੰਗੇ ਹੁੰਦੇ ਸੀ, ਉਹਨੂੰ ਦੇਖਿਆ ਵੀ ਇਹ ਡਿੱਗਿਆ ਪਿਆ, ਉਹ ਲੋਕਾਂ ਨੇ ਉਹਨੂੰ ਮਲਿਆ ਮੁਲਿਆ, ਪਾਣੀ ਪੂਣੀ ਉਹਨੂੰ ਹੋਸ਼ 'ਚ ਲਿਆਂਦਾ, ਪਾਣੀ ਪੂਣੀ ਛਿੜਕਿਆ। ਜਦੋਂ ਉਹਨੂੰ ਹੋਸ਼ ਆਈ ਨਾ ਤੇ ਉਹਨੂੰ ਠੀਕ ਠਾਕ ਕਰਕੇ ਕਿੱਧਰ ਨੂੰ ਜਾਣਾ, ਕਹਿਣ ਲੱਗਿਆ ਜਾਣਾ ਤਾਂ ਮੈਨੂੰ ਪਤਾ ਨਹੀਂ, ਮੈਂ ਕਿੱਧਰ ਨੂੰ ਆ। ਮੈਨੂੰ ਗੁਰੂ ਨੇ ਕਹਿਤਾ ਤੂੰ ਇੱਧਰ ਨੂੰ ਚਲਿਆ ਜਾ, ਭੱਜਿਆ ਜਾ, ਮੈਂ ਆ ਗਿਆ, ਬੇਸੁੱਧ ਹੋ ਗਿਆ। ਲੋਕ ਸਿਆਣੇ ਸੀ, ਲੋਕ ਨਾ ਮਾੜੀ ਜੀ ਗੱਲ ਨੋਟ ਕਰਦੇ ਸੀ। ਨੋਟ ਕੀ ਕਰਦੇ ਸੀ ਵੀ ਜਿਹੜਾ ਗੁਰੂ ਦਾ ਬਚਨ ਮੰਨ ਕੇ ਐਂ ਭੱਜਿਆ ਆਇਆ, ਕਿੰਨਾ ਧਰਮੀ ਬੰਦਾ ਹੋਊਗਾ ਇਹ। ਅਸੀਂ ਤਾਂ ਗੁਰੂ ਦਾ ਬਚਨ 1 ਮਿੰਟ ਚ ਲਟਾ ਦਿੰਦੇ ਆ, ਅਸੀਂ ਤਾਂ ਗੁਰੂ ਦੇ ਪੂਰੇ ਵਿਰੋਧੀ ਐ। ਗੁਰੂ ਕਹਿੰਦਾ ਝੂਠ ਨਾ ਬੋਲ, ਅਸੀਂ ਝੂਠ ਬੋਲਣੋਂ ਨਹੀਂ ਹਟਦੇ। ਗੁਰੂ ਕਹਿੰਦਾ ਨਿੰਦਿਆ ਨਾ ਕਰ, ਨਿੰਦਿਆ ਕਰਨੋਂ ਨਹੀਂ ਹਟਦੇ। ਗੁਰੂ ਕਹਿੰਦਾ ਹੇਰਾ ਫੇਰੀ ਨਾ ਕਰ, ਹੇਰਾ ਫੇਰੀ ਨਹੀਂ ਕਰਨੋਂ ਹਟਦੇ। ਗੁਰੂ ਕਹਿੰਦਾ ਸਾਰਿਆਂ 'ਚ ਰੱਬ ਦੇਖ, ਅਸੀਂ ਵਿਤਕਰੇ ਪਾਈ ਬੈਠੇ। ਕਿੰਨੇ ਦੂਰ ਆ ਗੁਰੂ ਤੋਂ। ਲੋਕ ਸਿਆਣੇ ਸੀ, ਜਿਵੇਂ ਸਿਆਣੀ ਮਾਈ ਹੈ ਨਾ, ਉਹ ਸਾਰੇ ਚੌਲਾਂ ਦੀ ਮੁੱਠੀ ਭਰ ਕੇ ਨਹੀਂ ਦੇਖਦੀ ਪੱਕ ਗਏ ਕਿ ਨਹੀਂ, ਉਹ ਇੱਕੇ ਚੌਲ ਦੇਖਦੀ ਹੈ। ਮਾਈ ਨਾ ਚੱਕ ਕੇ ਨਾ ਇੱਕ ਚੌਲ ਦੱਬ ਕੇ ਦੇਖਦੀ ਹੈ ਪੱਕ ਗਿਆ। ਲੋਕ ਸਿਆਣੇ ਸੀ, ਯਾਰ ਬੜਾ ਧਰਮੀ ਹੈ। ਗੁਰੂ ਨੇ ਕਹਿੰਦਾ ਭੱਜਿਆ ਹੀ ਆਉਂਦਾ, ਉਹਨੂੰ ਕਹਿੰਦੇ ਯਾਰ ਤੂੰ ਸਾਡੇ ਪਿੰਡ 'ਚ ਰਹਿ, ਕਿਤੇ ਨਾ ਜਾ, ਤੈਨੂੰ ਭੱਜਣ ਨੂੰ ਕਿਹਾ ਸੀ, ਤੂੰ ਇੱਥੇ ਆ ਗਿਆ, ਠੀਕ ਹੈ। ਇਹ ਨਹੀਂ ਸੀ ਕਿਹਾ ਗੁਰੂ ਨੇ, ਐਂ ਸਿੱਧਾ ਹੀ ਭੱਜ ਲਿਆ। ਕੱਚੇ ਰਸਤੇ ਹੁੰਦੇ ਸੀ, ਹੁਣ ਕਿਹੜਾ ਐਂ ਸੜਕ ਸੀ ਵੀ ਬਾਸੀਆਂ ਨੂੰ ਜਾ ਜਾਂ ਪੜੈਣ ਨੂੰ ਜਾ, ਸਿੱਧਾ ਹੀ ਹੋ ਗਿਆ ਜੰਗਲ ਦੇ ਵਿੱਚ ਦੀ। ਤੇ ਉਹ ਲੋਕਾਂ ਨੇ ਉੱਥੇ ਰੱਖਿਆ, ਪਰ ਉਹ ਲੋਕ ਨਹੀਂ ਸੀ ਜਾਣਦੇ ਕੌਣ ਹੈ। ਪਰ ਉੱਥੇ ਬੜੀ ਭਿਆਨਕ ਬਿਮਾਰੀ ਵਾਲਾ ਕੋਈ ਬੰਦਾ ਸੀ, ਉਹਨੂੰ ਲੋੜ ਸੀ ਵੀ ਮੇਰਾ ਇਲਾਜ ਹੋ ਜਾਵੇ, ਕੋਈ ਇਹਨੂੰ ਠੀਕ ਕਰ ਦੇਵੇ। ਕੋਈ ਵੈਦ ਨਹੀਂ ਸੀ ਹੁੰਦੇ, ਕਈ ਪਿੰਡਾਂ 'ਚ ਦੂਰ ਦੂਰ ਵੈਦ ਲੱਭਣੇ ਪੈਂਦੇ। ਪਰ ਗੁਰੂ ਜਾਣਦਾ ਸੀ ਉਹਨਾਂ ਲੋਕਾਂ ਨੂੰ ਬਿਮਾਰੀ ਲੱਗੀ ਹੈ, ਉਹ ਨਗਰ ਦੇ ਵਿੱਚ ਭਿਆਨਕ ਬਿਮਾਰੀ ਹੈ, ਉਹਨੂੰ ਅਸੀਂ ਠੀਕ ਕਰਨਾ ਹੈ। ਉਹ ਭਜਾਇਆ। ਪਰ ਅੱਜ ਦਾ ਜੇ ਕੋਈ ਸੇਵਕ ਹੁੰਦਾ, ਉਹ ਕਹਿੰਦਾ ਨਹੀਂ ਨਹੀਂ ਬਾਬਾ ਜੀ ਮੈਂ ਨਹੀਂ ਜਾ ਸਕਦਾ। ਅੱਜ ਦਾ ਸੇਵਕ ਪਤਾ ਕਿਹੋ ਜਿਹਾ, ਕਹਿੰਦੇ ਗੁਰੂ ਚੇਲਾ ਰਹਿੰਦੇ ਨੇ ਤੇ ਪਿਆਰਿਓ ਮੀਂਹ ਆ ਗਿਆ। ਉੱਤੇ ਮੋਗੇ ਹੁੰਦੇ ਸੀ ਪੁਰਾਣੇ ਕੋਠਿਆਂ ਦੇ ਉੱਪਰ, ਹੁਣ ਤਾਂ ਪੱਕੇ ਨੇ, ਹੁਣ ਤਾਂ ਮੋਗਾ ਨਹੀਂ, ਪਹਿਲਾਂ ਮੋਗਾ ਰੱਖਿਆ ਜਾਂਦਾ ਉੱਪਰ ਵੀ ਗਰਮੈਸ਼ ਨਿਕਲਦੀ ਰਹੇ ਤੇ ਰੋਸ਼ਨੀ ਪੈਂਦੀ ਰਹੇ। ਮੀਂਹ ਆ ਗਿਆ, ਗੁਰੂ ਜੀ ਕਹਿਣ ਲੱਗੇ ਵੀ ਜਾ, ਮੀਂਹ ਆ ਗਿਆ, ਉੱਪਰੋਂ ਜਾ ਕੇ ਨਾ ਉਹਨੂੰ ਬੰਦ ਕਰਿਆ। ਹੁਣ ਸੇਵਕ ਸਿਆਣਾ ਬਹੁਤ ਹੈ, ਕਹਿਣ ਲੱਗਿਆ ਬਾਬਾ ਜੀ ਵੀ ਮੈਂ ਅਪਰਾਧ ਨਹੀਂ ਕਰ ਸਕਦਾ। ਕਹਿੰਦੇ ਕਿਉਂ? ਕਹਿਣ ਲੱਗਾ ਜੀ ਤੁਸੀਂ ਥੱਲੇ ਬੈਠੇ ਹੋ, ਮੈਂ ਛੱਤ ਤੇ ਚੜ ਜਾ, ਸੋ ਤੋਂ ਉੱਚਾ ਨਹੀਂ ਮੈਂ ਜਾ ਸਕਦਾ। ਪੈਂਦਾ ਤਾਂ ਮੀਂਹ ਸੀ, ਵੀ ਮੈਂ ਕਾਹਨੂੰ ਭੇਜਣਾ। ਬਾਬਾ ਜੀ ਸਾਊ ਸੀ, ਕਹਿਣ ਲੱਗੇ ਚੰਗਾ ਫਿਰ ਮੈਂ ਹੀ ਕਰਿਆ ਆਉਣਾ ਭਾਈ, ਤੂੰ ਨਾ ਅਪਰਾਧ ਕਰੀ। ਆ ਗਏ ਬਾਬਾ ਜੀ, ਬੰਦ ਕਰਿਆ। ਫਿਰ ਕਹਿਣ ਲੱਗੇ ਐਂ ਕਰ ਭਾਈ, ਉੱਥੋਂ ਜਾ ਕੇ ਨਾ ਬਾਹਰ ਖੂਹ ਤੋਂ ਪਾਣੀ ਪੂਣੀ ਭਰ ਕੇ ਰੱਖ ਲੈ, ਫਿਰ ਆਪਾਂ ਪ੍ਰਸਾਦਾ ਛਕਣਾ ਹੋਊਗਾ। ਕਹਿਣ ਲੱਗਾ ਬਾਬਾ ਜੀ ਮੈਂ ਨਹੀਂ ਜਾ ਸਕਦਾ। ਕਹਿੰਦੇ ਕਿਉਂ? ਬਾਬਾ ਜੀ ਜਦੋਂ ਜਾਊਂ ਤੁਹਾਡੇ ਬੰਨੀ ਪਿੱਠ ਹੋਊ, ਤੁਹਾਨੂੰ ਕੱਲਿਆਂ ਨੂੰ ਵੀ ਛੱਡ ਕੇ ਜਾ ਸਕਦਾ। ਬਾਬਾ ਜੀ ਕਹਿੰਦੇ ਭਾਈ ਤੂੰ ਬੈਠ, ਅਸੀਂ ਜਾਂਦੇ ਆ। ਬਾਬਾ ਜੀ ਨੇ ਪਾਣੀ ਭਰ ਕੇ ਰੱਖ ਲਿਆ। ਐਨੇ ਨੂੰ ਪ੍ਰਸਾਦਾ ਆ ਗਿਆ। ਮਹਾਂਪੁਰਖ ਕਹਿੰਦੇ ਭਾਈ ਪ੍ਰਸਾਦਾ ਆ ਗਿਆ, ਪ੍ਰਸਾਦਾ ਛਕਣਾ। ਕਹਿਣ ਲੱਗਿਆ ਬਾਬਾ ਜੀ ਪਹਿਲਾਂ 2 ਬਚਨ ਤੁਹਾਡੇ ਮੋੜ ਤੇ, ਮੈਂ ਅਪਰਾਧੀ ਨਹੀਂ ਹੋਣਾ, ਮੈਂ ਪ੍ਰਸਾਦਾ ਛਕਣ ਨੂੰ ਤਿਆਰ ਹਾਂ। ਅੱਜ ਦਾ ਸੇਵਕ ਇਹੋ ਜਿਹਾ। ਗੁਰੂ ਕਹਿੰਦਾ ਤੂੰ ਇੱਧਰ ਨੂੰ ਵਗ ਜਾ। ਨਹੀਂ, ਅੱਜ ਵਾਲਾ ਸੇਵਕ ਹੁੰਦਾ ਬਾਬਾ ਜੀ ਕਿੱਥੇ ਜਾਵਾਂ, ਸੇਵਾ ਤੁਹਾਡੀ ਕਰਦਾ, ਹੁਣ ਤੁਸੀਂ ਮੈਨੂੰ ਭਜਾਉਣ ਲੱਗੇ ਹੋ। ਪਰ ਨਹੀਂ, ਗੁਰੂ ਜਾਣਦਾ ਇਹ ਤੋਂ ਕੰਮ ਬਹੁਤ ਲੈਣਾ ਹੈ। ਗੁਰੂ ਕਹਿੰਦਾ ਭਾਜਾ ਚਲਿਆ ਗਿਆ। ਲੋਕਾਂ ਨੇ ਸਾਂਭਲਿਆ, ਪਿੰਡ 'ਚ ਬਿਮਾਰੀ ਪਈ ਸੀ ਬੜੀ ਭਿਆਨਕ। ਇਹ ਵੈਦ ਸੀ, ਲੋਕ ਨਹੀਂ ਸੀ ਜਾਣਦੇ। ਇਹਨੇ ਦੇਖਿਆ ਇਹਨਾਂ ਨੂੰ ਤਾਂ ਬਿਮਾਰੀ ਹੈ, ਕਹਿਣ ਲੱਗਿਆ ਮੈਂ ਇਹਨਾਂ ਦਾ ਇਲਾਜ ਕਰਦਾ। ਦਵਾਈ ਬਣਾਈ, ਲੋਕ ਠੀਕ ਕਰਤੇ, ਉਹਨਾਂ ਲੋਕਾਂ ਦੀਆਂ ਬਿਮਾਰੀਆਂ ਠੀਕ ਕਰਤੀਆਂ। ਲੋਕ ਖੁਸ਼ ਹੋ ਗਏ, ਐਡਾ ਬੜਾ ਵੈਦ ਸਾਡੇ ਪਿੰਡ 'ਚ ਆ ਗਿਆ। ਇੱਧਰ ਗੁਰੂ ਵੀ ਖੁਸ਼ ਹੋ ਗਿਆ, ਸੇਵਕ ਨੇ ਮੇਰੇ ਬਚਨ ਮੰਨੇ ਨੇ। ਗੁਰੂ ਜੀ ਨੇ ਸੋਚਿਆ ਵੀ ਮੈਂ ਜਾ ਕੇ ਉਹਨੂੰ ਅਸ਼ੀਰਵਾਦ ਦੇਣਾ, ਫੇਰ ਪ੍ਰੀਖਿਆ ਕਰਦਾ ਵੀ ਕਿੰਨਾ ਕੁ ਹੁਕਮ ਮੰਨਦਾ ਜੀਵ। ਹੁਣ ਗੁਰੂ ਜੀ ਆ ਗਏ, ਇਹਨੂੰ ਚੌ ਚੜ ਗਿਆ। ਗੁਰੂ ਜੀ ਆ ਗਏ, ਚੌ ਚੜ ਗਿਆ। ਇਹ ਗੁਰੂ ਜੀ ਦੇ ਹਜੇ ਪੈਰੀ ਹੱਥ ਨਮਸਕਾਰ, ਕਿਉਂਕਿ ਗੁਰੂ ਨੂੰ ਡੰਡੌਤ ਕਰਨੀ ਬਣਦੀ ਹੈ ਸੇਵਕ ਦੀ। ਗੁਰੂ ਨੂੰ ਡੰਡੌਤ ਕਰਨੀ ਬਣਦੀ ਹੈ। ਹੁਣ ਇਹ ਮੱਥਾ ਟੇਕਣ ਲੱਗਿਆ ਗੁਰੂ ਨੂੰ, ਖੁਸ਼ੀ ਦੇ ਵਿੱਚ ਐ ਚਾਅ ਚੜਿਆ ਮੇਰੇ ਗੁਰੂ ਜੀ ਆ ਗਏ। ਪ੍ਰੇਮ ਹੈ ਗੁਰੂ ਵਾਸਤੇ, ਸ਼ਰਧਾ ਹੈ, ਭਾਵਨਾ।
ਜਦੋਂ ਮੱਥਾ ਟੇਕਣ ਲੱਗਿਆ ਇੱਕ ਮਾਈ ਨੇ ਪਿੱਛੋਂ ਆਵਾਜ਼ ਮਾਰਤੀ, ਵੈਦ ਜੀ ਮੇਰਾ ਪੁੱਤਰ ਜਾਨ ਉਹਦੀ ਪਿਆਰੀ ਹੋਣ ਲੱਗੀ ਹੈ, ਉਹਦੀ ਮੌਤ ਹੋ ਜੂ, ਜਲਦੀ ਮੇਰੇ ਬੱਚੇ ਨੂੰ ਦੇਖੋ। ਹੁਣ ਫੇਰ ਇੱਥੇ ਪ੍ਰੀਖਿਆ ਹੋ ਗਈ ਪਿਆਰੀ। ਹੁਣ ਇਹ ਪੈਰੀ ਹੱਥ ਲਾਵੇ ਗੁਰੂ ਸਾਹਮਣੇ ਖੜਾ, ਕੋ ਮਾਈ ਦਾ ਬੱਚਾ ਦੇਖੇ। ਹੁਣ ਇੱਥੇ ਯਾਦ ਆਇਆ ਸਭ ਤੋਂ ਵੱਡਾ ਇੱਕੋ ਨਾਮ ਹੁਕਮ ਹੈ। ਜਿਹੜਾ ਗੁਰੂ ਦਾ ਹੁਕਮ ਹੈ ਉਹ ਵੱਡਾ ਹੈ। ਗੁਰੂ ਨੇ ਮੈਨੂੰ ਇਹਨਾਂ ਲੋਕਾਂ ਦੀ ਸੇਵਾ ਵਾਸਤੇ ਉੱਥੋਂ ਭਜਾਇਆ ਸੀ, ਮੈਂ ਪਹਿਲਾਂ ਉਹ ਕਰਿਆ ਵਾ। ਗੁਰੂ ਨੂੰ ਤਾਂ ਆ ਕੇ ਵੀ ਮੱਥਾ ਟੇਕ ਨੂੰ ਕਿਤੇ ਉਹ ਨਾ ਚਲਿਆ ਜਾਵੇ। ਇਹ ਭੱਜ ਕੇ ਉਹ ਬੱਚੇ ਨੂੰ ਠੀਕ ਕਰਨ ਗਿਆ, ਗੁਰੂ ਹੋਰ ਵੀ ਜ਼ਿਆਦਾ ਖੁਸ਼ ਹੋ ਗਿਆ। ਕਹਿਣ ਤੋਂ ਭਾਵ ਹੈ ਜੋ ਗੁਰਬਾਣੀ ਹੈ, ਜੋ ਗੁਰੂਆਂ ਨੇ ਸਾਨੂੰ ਹੁਕਮ ਦਿੱਤਾ ਹੈ, ਉਹ ਦੂਸਰਾ ਨਾ ਦੇਖੀ ਕੋਈ, ਸਾਰਿਆਂ ਦੇ ਵਿੱਚ ਮੈਨੂੰ ਦੇਖੀ। ਕਿਸੇ ਦੀ ਨਿੰਦਿਆ ਨਾ ਕਰੀ, ਕਦੇ ਤੂੰ ਝੂਠ ਨਾ ਬੋਲੀ, ਕਦੇ ਤੂੰ ਨਸ਼ੇ ਨਾ ਕਰੀ, ਕਦੇ ਮਾੜੀ ਸੰਗਤ ਦੇ ਵਿੱਚ ਨਾ ਜਾਈ। ਜਿੱਦੇ ਤੂੰ ਗੁਰੂ ਦਾ ਬਚਨ ਮੰਨਣ ਲੱਗ ਗਿਆ ਨਾ, ਗੁਰੂ ਇੰਨਾ ਖੁਸ਼ ਹੋ ਜੂ ਤੈਨੂੰ ਮੰਗਣ ਦੀ ਲੋੜ ਨਹੀਂ ਪੈਣੀ। ਤੁਸੀਂ ਇੱਕ ਗੱਲ ਹੋਰ ਚੇਤੇ ਰੱਖਿਓ, ਜਿਨ੍ਹਾਂ ਦੀ ਅਸੀਂ ਬਾਣੀ ਪੜ੍ਹਦੇ ਆ, ਜਿਨ੍ਹਾਂ ਗੁਰੂਆਂ ਪੀਰਾਂ ਭਗਤਾਂ ਸੰਤ, ਤੁਸੀਂ ਭਗਤ ਕਹਿ ਲਓ, ਗੁਰੂ ਕਹਿ ਲਓ, ਰੱਬ ਕਹਿ ਲਓ, ਇੱਕ ਗੱਲ ਹੈ, ਉਹਨਾਂ ਦੀ ਬਾਣੀ ਪੜ੍ਹਦੇ ਆ। ਤੁਸੀਂ ਇਤਿਹਾਸ 'ਚ ਇਹ ਸੁਣਿਆ ਵੀ ਹੈ, ਬਾਣੀ ਦੇ ਵਿੱਚ ਵੀ ਪੜ੍ਹਿਆ ਕਿ ਜੀ ਜਦੋਂ ਉਹਨਾਂ ਤੇ ਵਿਪਤਾ ਪਈ ਰੱਬ ਆਪ ਆ ਕੇ ਖੜ ਗਿਆ। ਅੱਜ ਕਿਉਂ ਨਹੀਂ ਆਉਂਦਾ? ਭਗਤ ਤਾਂ ਅਸੀਂ ਵੀ ਆ, ਅਸੀਂ ਤਾਂ ਪੁਕਾਰਾਂ ਕਰ ਕਰਕੇ ਥੱਕ ਜਾਂਦੇ ਆ, ਰੱਬ ਆਉਂਦਾ? ਉਹਨਾਂ ਤੇ ਜਦੋਂ ਵਿਪਤਾ ਪਈ ਰੱਬ ਆ ਕੇ ਆਪ ਖੜ ਗਿਆ ਸਿੱਧਾ ਹੀ। ਦੱਸ ਤੈਨੂੰ ਕੀ ਚਾਹੀਦਾ ਹੈ, ਤੈਨੂੰ ਕੀ ਜ਼ਰੂਰਤ ਹੈ? ਉਹਦੀਆਂ ਜ਼ਰੂਰਤਾਂ ਨਾਮਦੇਵ ਦਾ ਵਾਸਤੇ ਮੰਦਰ ਘਮਾਤਾ, ਪੁੰਡਰਪੁਰ ਨਾਮਦੇਵ ਵਾਸਤੇ ਮੰਦਰ ਘਮਾਤਾ ਵੀ ਮੇਰੇ ਭਗਤ ਦਾ ਇਹ ਬ੍ਰਾਹਮਣ ਲੋਕ ਨਰਾਦਰ ਕਰਦੇ ਨੇ, ਉਹਦੇ ਵਾਸਤੇ ਉਹਦੀ ਗਊ ਜਿਉਂਦੀ ਕਰਤੀ ਰੱਬ ਨੇ। ਇਤਿਹਾਸ ਗਵਾਹ ਇਸ ਗੱਲ ਦਾ, ਗੁਰਬਾਣੀ ਗਵਾਹ। ਤੇ ਪਿਆਰਿਓ ਕਿੰਨਾ ਕੁਝ ਨਹੀਂ ਕਰਿਆ, ਧੰਨੇ ਭਗਤ ਦੀਆਂ ਗਊਆਂ ਵੀ ਚਾਰੀਆਂ। ਫਿਰ ਧੰਨਾ ਭਗਤ ਕਿੰਨਾ ਕੁਝ ਗਿਣਾ ਰਿਹਾ, ਮੈਨੂੰ ਆਹ ਵੀ ਦੇ ਦੇ। ਆਰਤੀ ਪੜ੍ਹਦੇ ਆ ਨਾ ਧੰਨੇ ਭਗਤ, ਘਰ ਕੀ ਗੇਹਣ ਚੰਗੀ ਜਨ ਧੰਨਾ, ਉਹ ਰੱਬ ਸਾਹਮਣੇ ਖੜਾ ਉਦੋਂ ਮੰਗਦਾ ਹੈ। ਸਾਡੇ ਤਾਂ ਸੁਪਨੇ 'ਚ ਵੀ ਨਹੀਂ ਆਇਆ ਕਦੇ, ਅਸੀਂ ਉਹੀ ਮੰਗੀ ਜਾਂਦੇ ਆ, ਪਤਾ ਹੈ ਨਹੀਂ ਰੱਬ ਕਿੱਥੇ ਹੈ, ਕਿਵੇਂ ਹੈ, ਕਿਹਨੂੰ ਰੱਬ ਕਹਿੰਦੇ ਹੈ। ਉਦਾਂ ਹੀ ਗੱਲਾਂ ਬਣਾਈ ਜਾਂਦੇ ਆ ਸੰਸਾਰ ਦੀਆਂ। ਬਾਣੀ ਅਸੀਂ ਜਿਨ੍ਹਾਂ ਦੀ ਪੜ੍ਹਦੇ ਆ ਉਹਨਾਂ ਦੇ ਜੀਵਨ ਨੂੰ ਪੜ੍ਹ ਕੇ ਉਹੋ ਜਿਹਾ ਜੀਵਨ ਬਣਾ ਕੇ ਫਿਰ ਜੋ ਮਰਜ਼ੀ ਮੰਗ ਲਈਏ, ਜੋ ਮੰਗੇ ਠਾਕੁਰ ਆਪਣੇ ਤੇ। ਫਿਰ ਬਾਣੀ ਦੇ ਜਦੋਂ ਬਾਣੀ ਦੀ ਅਸੀਂ ਸੁਣ ਲੱਗ ਗਏ, ਬਾਣੀ ਦੇ ਅਨੁਸਾਰ ਚੱਲਣ ਲੱਗ ਗਏ, ਫਿਰ ਗੁਰਬਾਣੀ ਦੇ ਅੱਗੇ ਖੜ ਕੇ ਜੋ ਵੀ ਮੰਗਾਂਗੇ ਉਹੀ ਮਿਲ ਜੂ। ਆ ਮਹਾਂਪੁਰਖਾਂ ਦਾ ਜੀਵਨ ਪੜ੍ਹੋ, ਬਾਬਾ ਆਨੰਦ ਸਿੰਘ ਜੀ ਦਾ। ਬਾਬਾ ਵੀ ਅਸੀਂ ਇੰਨੀ ਮਿਹਨਤ ਕਰਦੇ ਆ, ਘਰ ਦਾ ਟੱਬਰ ਪਾਲਣਾ ਔਖਾ ਹੋਇਆ ਪਿਆ, ਤੇ ਉਹਨਾਂ ਨੇ ਉਹੋ ਜਿਹਾ ਜੀਵਨ ਬਣਾਇਆ। ਉੱਥੇ ਹਜ਼ਾਰਾਂ ਹੀ ਲੋਕ ਲੰਗਰ ਛਕ ਜਾਂਦੇ ਨੇ, ਨਾਲੇ ਚੁੱਲ੍ਹਾ ਨਹੀਂ ਬਲਦਾ, ਚੁੱਲ੍ਹਾ ਨਹੀਂ ਬਲਦਾ। ਹਜ਼ਾਰਾਂ ਲੋਕ ਲੰਗਰ ਛਕ ਜਾਂਦੇ ਨੇ ਤੇ ਨਾਮ ਦੇ ਝਰਨੇ ਵਗਦੇ ਨੇ। ਲੜੀਆਂ ਪਤਾ ਨਹੀਂ ਕਿੱਡੀਆਂ ਠਾਠਾਂ ਬਣ ਗਈਆਂ, ਪੈਸੇ ਦਾ ਹੀ ਨਹੀਂ ਪਤਾ ਕਿੱਥੋਂ ਆਈ ਜਾਂਦਾ, ਕਿੱਧਰ ਨੂੰ ਜਾਈ ਜਾਂਦਾ, ਨਾਲੇ ਮੂਹਰੇ ਮੱਥਾ ਨਹੀਂ ਟਿਕਾਉਂਦੇ। ਕਾਰਨ ਕੀ? ਗੁਰਮੁਖ ਪਿਆਰੇ ਸ਼ਬਦ ਪੜ੍ਹਦੇ ਸੀ ਨਾ, ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ। ਕਹਿੰਦੇ ਰੱਬ ਆਪ ਆ ਕੇ ਸ਼ਾਮਲ ਹੋ ਜਾਂਦਾ ਹੈ। ਮਹਾਂਪੁਰਖ ਦਾ ਬਸ ਬੈਠੇ ਅਸ਼ੀਰਵਾਦ ਦੇ ਦਿੰਦੇ ਰਹਿੰਦੇ ਨੇ, ਅਸ਼ੀਰਵਾਦ ਦੇ। ਠੀਕ ਹੈ, ਗੁਰੂ ਨਾਨਕ ਤੇਰਾ ਭਲਾ ਕਰੂਗਾ, ਗੁਰੂ ਨਾਨਕ ਤੇਰੇ ਤੇ ਕਿਰਪਾ ਕਰੂਗਾ। ਕੰਮ ਕੌਣ ਕਰਦਾ ਉਹਨਾਂ ਦੇ? ਕੰਮ ਕਰਦਾ ਉਹ ਪਰਮਾਤਮਾ, ਉਹ ਅਕਾਲ ਪੁਰਖ ਜਿਹਨੂੰ ਆਪਾਂ ਕਹਿੰਦੇ ਆ। ਤੇ ਸੰਸਾਰ ਦਾ ਬੰਦਾ ਉਹ ਤੋਂ ਦੂਰ ਹੋਇਆ, ਇਹਨੂੰ ਫਿਕਰ ਰਹਿੰਦਾ 24 ਘੰਟੇ। ਰਾਤ ਨੂੰ ਪੈਂਦਾ ਬਾਅਦ ਚ ਸਵੇਰ ਦੇ ਕੰਮ ਦਾ ਫਿਕਰ ਹੁੰਦਾ, ਉੱਥੇ ਉਹਦਾ ਫਿਕਰ ਰੱਬ ਕਰਦਾ। ਕਿਉਂ? ਕਿਉਂਕਿ ਉਹ ਤਾਂ ਉਹਨੂੰ ਕਹਿ ਦਿੰਦਾ, ਮਹਾਰਾਜ ਆ ਮੈਂ ਭੰਡਾਰਾ ਕਰਨ ਲੱਗਿਆ, ਆ ਸਤਸੰਗ ਤੂੰ ਆਪਦਾ ਆਪੇ ਸਾਂਭ ਲਈ, ਤੇਰਾ ਹੀ ਹੈ, ਤੂੰ ਹੀ ਕਰਾਉਣ ਵਾਲਾ ਹੈ। ਜੋ ਕਰੇਗਾ ਸੋ ਵੀ ਵਾਹਵਾ, ਜੋ ਕਰ ਰਹੇ ਸੋ ਵੀ ਵਾਹਵਾ, ਜੋ ਅੱਗੇ ਨੂੰ ਕਰਾਏਗਾ ਸੋ ਵੀ ਵਾਹਵਾ, ਜੋ ਤੂੰ ਕਰੇਗਾ ਤੇਰੀ ਮਰਜ਼ੀ ਹੈ, ਤੂੰ ਸਮਰੱਥ ਹੈ। ਅਰਦਾਸ ਕਰਦੇ ਆ ਨਾ ਬਾਬਾ ਜੀ, ਬੜੀ ਪਿਆਰੀ ਅਰਦਾਸ ਲੱਗਦੀ ਹੈ ਜਦੋਂ ਨਾਨਕਸਰ ਹੁੰਦੀ ਹੈ।
ਜੋ ਤੂੰ ਕਰੇਗਾ ਉਹ ਵੀ ਵਾਹ-ਵਾਹ, ਜੋ ਕਰਤਾ ਉਹ ਵੀ ਵਾਹ-ਵਾਹ, ਜੋ ਅੱਗੇ ਨੂੰ ਕਰਾਏਗਾ ਉਹ ਵੀ ਤੇਰੀ ਮੌਜ ਹੈ। ਇੱਥੇ ਸਾਡੇ 'ਚ ਕਰਤਾ ਪਾਣਾ, ਅਸੀਂ ਕਹਿੰਦੇ ਆ ਤੂੰ ਸਾਡਾ ਆਹ ਕਰ ਦੇ, ਅੱਗੇ ਦਾ ਫੇਰ ਦੇਖਾਂਗੇ। ਕਿਉਂਕਿ ਜਦੋਂ ਅਸੀਂ ਉਹਦੇ ਦਾਇਰੇ 'ਚ ਆ ਗਏ, ਮਰਿਆਦਾ 'ਚ ਆ ਗਏ, ਫਿਰ ਰੱਬ ਆਪ ਸਭ ਕੁਝ ਕਰਦਾ ਹੈ। ਪਰ ਉਹਦੇ ਵਾਸਤੇ ਸ਼ਰਤਾਂ ਜ਼ਰੂਰੀ ਨੇ। ਸਾਡੀ ਬਿਰਤੀ ਇੰਨੀ ਉੱਚੀ ਹੋ ਜਾਣੀ ਚਾਹੀਦੀ ਹੈ, ਸਾਨੂੰ ਦੂਸਰਾ ਨਾ ਕੋਈ ਦਿਖੇ। ਅੰਦਰ ਤੂੰ ਹੈ, ਬਾਹਰ ਤੂੰ ਹੈ, ਰੋਮ ਰੋਮ ਵਿੱਚ ਤੂੰ, ਸਾਰਿਆਂ ਦੇ ਵਿੱਚ ਉਹੀ ਹੈ। ਜਦੋਂ ਦੂਜਾਪਣ ਖਤਮ ਹੋ ਗਿਆ ਤੇ ਨਾ ਕਿਸੇ ਦੀ ਨਿੰਦਿਆ ਰਹਿਣੀ ਹੈ, ਨਾ ਝੂਠ ਰਹਿਣਾ, ਨਾ ਹੇਰਾ ਫੇਰੀ ਰਹਿਣੀ ਹੈ, ਨਾ ਮਾਰ ਧਾੜ ਰਹਿਣੀ ਹੈ। ਸਭ ਕੁਝ ਖਤਮ ਹੋ ਜੂ, ਸ਼ਾਂਤੀ ਹੋ ਜੂ, ਬਿਲਕੁਲ ਆਨੰਦ ਹੀ ਆਨੰਦ ਸਾਜੂਗਾ। ਉਹ ਆਨੰਦ ਐਸਾ ਮਿਲੂ ਨਾ, ਫਿਰ ਆਨੰਦ ਬਸ ਫਿਰ ਖਿੜਿਆ ਹੀ ਰਹਿਣਾ ਹੈ। ਫਿਰ ਇਹ ਨਹੀਂ ਹੋਣਾ ਭਾਵੇਂ ਕੁੱਲੀ ਕੱਖਾਂ ਦੀ ਹੋਵੇ ਤੇ ਭਾਵੇਂ ਲੱਖਾਂ ਦੀ ਹੋਵੇ, ਉਹ ਆਨੰਦ ਦੇ ਵਿੱਚ ਰਹੂ। ਨਹੀਂ ਤਾਂ ਹਾਏ ਹਾਏ ਕਰਦਾ ਰਹੂ। ਮੈਂ ਆਹ ਲੋਕਡਾਊਨ ਦੇ ਵਿੱਚ ਦੇਖਿਆ, ਲੋਕਡਾਊਨ ਦੇ ਵਿੱਚ ਇਹ ਚੀਜ਼ ਦਾ ਵੀ ਅਨੁਭਵ ਕੀਤਾ ਹੈ। ਦਾਸ ਸਾਹਿਬ ਪਹਿਲਾਂ ਵੀ ਬੋਲ ਕੇ ਗਿਆ, ਫੋਨ ਆਇਆ ਕਿਸੇ ਗੁਰਸਿੱਖ ਦਾ, ਰੱਬ ਦੇ ਪਿਆਰੇ ਦਾ, ਬੰਦਗੀ ਕਰਨ ਵਾਲੇ ਦਾ, ਜਿਹੜਾ ਰੋਜ਼ ਮਿਹਨਤ ਕਰਕੇ ਰੋਟੀ ਖਾਂਦਾ ਸੀ, ਰੋਜ਼ ਕਮਾਉਣਾ ਤੇ ਰੋਜ਼ ਖਾਣਾ। ਫੋਨ ਆਇਆ, ਮੈਂ ਕਿਹਾ ਵੀ ਕੀ ਹਾਲ ਹੈ? ਜਦੋਂ ਲੋਕਡਾਊਨ ਲੱਗਿਆ ਸੀ, ਸਭ ਕੁਝ ਬੰਦ ਹੋਇਆ ਪਿਆ ਸੀ। ਮੈਂ ਕਿਹਾ ਕੀ ਹਾਲ ਹੈ? ਕਹਿੰਦੇ ਬਾਬਾ ਜੀ ਬੜੀ ਕਿਰਪਾ ਹੈ ਪ੍ਰਮਾਤਮਾ ਦੀ। ਮੈਂ ਕਿਹਾ ਅੱਛਾ। ਮੈਂ ਕਿਹਾ ਦੁਨੀਆ ਤਾਂ ਰੋਂਦੀ ਹੈ, ਕਿਰਪਾ ਤੇਰੇ ਤੇ ਕਿਵੇਂ ਹੋਗੀ? ਕਹਿੰਦਾ ਬਾਬਾ ਜੀ ਅੱਗੇ ਮੈਂ ਕੰਮ ਕਰਕੇ ਰੋਜ਼ ਖਾਂਦਾ ਸੀ ਤੇ ਨਿਤਨੇਮ ਨੂੰ ਟਾਈਮ ਬਹੁਤ ਘੱਟ ਬਚਦਾ ਸੀ, ਕਿਉਂਕਿ ਕੰਮ ਤੇ ਜਾਣਾ ਪੈਂਦਾ ਸੀ। ਸਵੇਰੇ ਜਾਣਾ, ਰਾਤ ਨੂੰ ਮੁੜ ਕੇ ਆਉਣਾ, 9 ਵੀ ਵੱਜ ਜਾਣੇ। ਨਿਤਨੇਮ ਨੂੰ ਟਾਈਮ ਨਹੀਂ ਸੀ ਬਚਦਾ। ਇਹ ਅਕਾਲ ਪੁਰਖ ਨੇ ਐਸੀ ਕਿਰਪਾ ਕਰੀ, ਸਾਰੀ ਦਿਹਾੜੀ ਨਿਤਨੇਮ ਕਰਦੇ ਰਹਿਣੇ ਐ। ਮੈਂ ਕਿਹਾ ਫਿਰ ਲੰਗਰ? ਕਹਿੰਦੇ ਲੰਗਰ ਗੁਰੂ ਨੇ ਭੇਜਤਾ। ਦੇਖੋ ਸੋਚ, ਲੰਗਰ ਗੁਰੂ ਘਰਾਂ 'ਚ ਲੰਗਰ ਲੱਗ ਗਏ, ਗੁਰੂ ਨੇ ਲੰਗਰ ਲਾਤੇ। ਧਾਰਮਿਕ ਸਥਾਨਾਂ ਤੇ ਲੰਗਰ ਲੱਗ ਗਏ, ਕਈਆਂ ਦੇ ਘਰੇ ਪਹੁੰਚਾਤੇ। ਬਾਬਾ ਜੀ ਗੁਰੂ ਘਰ ਚੋਂ ਮੈਨੂੰ ਲੰਗਰ ਮਿਲ ਗਿਆ, ਕਿਉਂਕਿ ਦੇਣ ਵਾਲਾ ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨ ਹਾਰ, ਉਹ ਸਾਰਿਆਂ ਨੂੰ ਦਿੰਦਾ ਹੈ। ਮੈਂ ਸਾਰੀ ਦਿਹਾੜੀ ਮਾਲਾ ਫੇਰਦਾ, ਬਾਣੀ ਪੜ੍ਹਦਾ, ਆਨੰਦ ਲੈਣਾ, ਬਹੁਤ ਆਨੰਦ ਹੈ। ਇੱਕ ਗਰੀਬ ਜਿਹਨੂੰ ਸਵੇਰ ਦੀ ਰੋਟੀ ਦਾ ਫਿਕਰ ਸੀ, ਉਹ ਆਨੰਦ 'ਚ ਸੀ। ਕਿਉਂ? ਕਿਉਂਕਿ ਉਹਦੇ ਵਿੱਚ ਪ੍ਰਮਾਤਮਾ ਦੇ ਨਾਲ ਪ੍ਰੇਮ ਵਾਲੀ ਗੱਲ ਸੀ। ਤੇ ਮੈਂ ਇੱਕ ਫੈਕਟਰੀਆਂ ਵਾਲਿਆਂ ਦਾ ਵੀ ਫੋਨ ਆਇਆ, ਜਿਹੜੇ ਅਰਬਾਂ ਖਰਬਾਂ ਪਤੀ ਲੋਕ ਸੀ, ਜਿਨ੍ਹਾਂ ਦੀ ਰੋਜ਼ ਦੀ ਪਤਾ ਨਹੀਂ ਕਿੰਨੀ ਇਨਕਮ, ਕਿੰਨਾ ਕੁ ਉਹਨਾਂ ਦੇ ਕੋਲੇ ਪੈਸਾ, ਧਨ ਦੌਲਤ। ਫੋਨ ਆਇਆ, ਭਾਈ ਕੀ ਹਾਲ ਹੈ? ਬਾਬਾ ਜੀ ਬੁਰਾ ਹਾਲ ਹੈ। ਮੈਂ ਕਿਹਾ ਕੀ ਗੱਲ, ਰੋਟੀ ਨਹੀਂ ਮਿਲਦੀ? ਰੋਟੀ ਤਾਂ ਮਿਲਦੀ ਹੈ, ਘਾਟਾ ਪਈ ਜਾਂਦਾ। ਜਿਹਦੇ ਘਰੇ ਕੱਖ ਹੈ ਨਹੀਂ ਉਹ ਆਨੰਦ 'ਚ ਹੈ, ਜਿਹਦੇ ਲਵੇ ਅਰਬਾਂ ਰੁਪਈਆ ਬੈਂਕਾਂ 'ਚ ਪਿਆ ਉਹ ਦੁਖੀ ਹੋਇਆ ਬੈਠਾ ਹੈ, ਉਹ ਕੈਦੀ ਹੋਇਆ ਬੈਠਾ ਹੈ। ਉਹ ਇੰਨਾ ਦੁਖੀ ਕਿ ਉਹਦਾ ਦੁੱਖ ਸੁਣ ਨਹੀਂ ਹੁੰਦਾ, ਚੀਕਾਂ ਮਾਰਦਾ ਹੈ, ਬਾਬਾ ਜੀ ਫੈਕਟਰੀ ਖੜ ਗਈ। ਆਹ ਮੈਂ ਕਿਹਾ ਰੋਟੀ ਤਾਂ ਮਿਲਦੀ ਹੈ। ਕਹਿੰਦਾ ਰੋਟੀ ਤਾਂ ਮਿਲਦੀ ਹੈ। ਮੈਂ ਕਿਹਾ ਹੋਰ ਸੰਸਾਰ ਤੇ ਕਰਨ ਕੀ ਆਇਆ? ਜਿੰਨਾ ਅਡੰਬਰ ਹੈ ਰੋਟੀ ਵਾਸਤੇ ਹੀ ਹੈ। ਜੇ ਰੋਟੀ ਦਾ ਅਡੰਬਰ ਨਾ ਹੁੰਦਾ ਨਾ, ਫਿਰ ਆਹ ਕੁਝ ਕਰਨ ਦੀ ਲੋੜ ਨਹੀਂ ਸੀ ਤੈਨੂੰ। ਜਦੋਂ ਤੈਨੂੰ ਰੋਟੀਆਂ ਮਿਲਦੀ ਹੈ ਰੋਂਦਾ ਕਾਤੇ ਹੈ? ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸੰਸਾਰ ਰੋਂਦਾ ਹੀ ਰੋਂਦਾ ਹੈ। ਇਹਨੇ ਰੋਣਾ ਹੀ ਰੋਣਾ ਹੈ। ਜਿਹਨੂੰ ਨਾਮ ਦਾ ਧਰਵਾਸਾ ਆ ਗਿਆ, ਜਿਹੜਾ ਉਹਦੇ ਨਾਲ ਜੁੜ ਗਿਆ, ਉਹਦੀ ਬਿਰਤੀ ਪਤਾ ਕਿੱਦਾਂ ਦੀ ਹੁੰਦੀ ਹੈ? ਜਬ ਦਾंत नहीं थे दूध दिया था खान को, जठरा अग्न की माहे राख्या प्राण को। ਕਹਿੰਦੇ ਜਦੋਂ ਜਨਮ ਨਹੀਂ ਸੀ ਲਿਆ, ਮਾਤਾ ਦੀ ਛਾਤੀ ਦੇ ਵਿੱਚ ਪਹਿਲਾਂ ਦੁੱਧ ਆ ਗਿਆ। ਜਿਹਨੇ ਹੁਣ ਦੰਦ ਦਿੱਤੇ ਆ ਉਹ ਦਊਗਾ ਵੀ ਖਾਣ ਨੂੰ। ਠੀਕ ਹੈ, ਕਰਮ ਕਰਦੇ ਰਹੋ ਜੋ ਸਾਡੇ ਸਾਹਮਣੇ ਆਉਂਦਾ ਹੈ, ਜੋ ਸਾਡੇ ਹਿੱਸੇ ਦੇ ਵਿੱਚ ਆਉਂਦਾ। ਇਹ ਨਹੀਂ ਵੀ ਕੰਮ ਛੱਡ ਕੇ ਬਹਿ ਜਾਓ ਨਾ, ਕਰਮ ਕਰਦੇ ਰਹੋ, ਪਰ ਕਰਮ ਦੇ ਵਿੱਚ ਪਾਪ ਨਾ ਪੈਦਾ ਕਰੋ। ਕਿਸੇ ਨੂੰ ਧੋਖਾ ਨਾ ਦਿਓ, ਕਿਸੇ ਨੂੰ ਹੇਰਾ ਫੇਰੀ ਨਾ ਕਰੋ, ਕਿਸੇ ਨੂੰ ਲੁੱਟੋ ਨਾ। ਬਸ ਸਿਰਫ ਤੇ ਸਿਰਫ ਆਪਦਾ ਕਰਮ ਕਰਦੇ ਚੱਲੋ, ਜਿਹਦੇ ਵਿੱਚ
परमात्मा की खुशी होवे, परमात्मा जुड़िया होवे जिथे। इस करके प्यारिओ ये सब कुछ उदों मिलना है जदों असी आ जो सतपुरखा ने सानू फरमान भेजे है, हुक्मनामा भेजे है, जो गुरबाणी दिती है। ताही महापुरख कहते ने बाणी पढ़ो, बाणी पढ़ो, बाणी पढ़ो, भी बाणी पढ़ पढ़ के उहदे अनुसार अपना जीवन है उहनूं निर्वाह करो। जिद्दे असी दायरे च आ गए फिर देखो प्यारिओ, फिर तो धन्ने भगत दियां गऊआं चारे, हर हट गेड़े खाल सवारे, फिरदा नक्के मारदा, जे कोई राम दा बन जावे आपे काज सवारदा। फिर उहदे सारे कारज आपे करदा है। फिर आनंद ही आनंद है। रोह विचार समा, क्योंकि जिहड़ा अपना लिखिया होया है 10 वजे समाप्ति का वो नज़दीक हो गया। दास की यह बेनती है भाई, सारियां दे विच परमात्मा नूं देखो, ਉਹ ਤੋਂ ਬਿਨਾ ਕੋਈ ਵੀ ਘਟ ਖਾਲੀ ਨਹੀਂ। ਜਿੱਥੇ ਸਾਡੀ ਦੁਬਿਧਾ ਪੈਦਾ ਹੋ ਗਈ ਉੱਥੇ ਹੀ ਸਾਨੂੰ ਦੁੱਖ ਪੈਦਾ ਹੋ ਗਿਆ। ਜਦੋਂ ਦੂਜਾ ਹੋ ਗਿਆ, ਜਦੋਂ ਇੱਕ ਪਰਿਵਾਰ ਇਕੱਠਾ ਰਹਿੰਦਾ ਹੈ ਨਾ, ਇੱਕ ਪਰਿਵਾਰ ਇਕੱਠਾ ਰਹਿੰਦਾ ਹੈ ਉਹਦੇ ਵਿੱਚ ਸੁੱਖ ਸ਼ਾਂਤੀ ਹੁੰਦੀ ਹੈ। ਜਦੋਂ ਖਿੰਡ ਜਾਂਦਾ ਹੈ ਫਿਰ ਉਹਦੀਆਂ ਕਮੀਆਂ ਮਹਿਸੂਸ ਹੁੰਦੀਆਂ ਨੇ, ਫਿਰ ਉਹਦੇ ਨਾਲ ਈਰਖਾ ਪੈਦਾ ਹੁੰਦੀ ਹੈ। ਇਸ ਕਰਕੇ ਐ ਦੂਜਾ ਦੇਖੋ ਹੀ ਨਾ ਕਿਸੇ ਨੂੰ, ਬਸ ਜਿੱਧਰ ਨੂੰ ਦੇਖੋ ਉਧਰ ਤੂੰ ਹੀ ਤੂੰ ਦਿਖਦਾ ਹੈ। ਹੁਣ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ ਦੇਖਿਆ ਬਾਬੇ ਨਾਨਕ ਨੂੰ, ਕਿੱਥੋਂ ਦੇਖਿਆ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਾਣੀ ਇੱਕ ਦੀ ਹੈ ਬਈ, ਵੀ ਉਹਨੂੰ ਦੇਖ ਲਿਆ? ਨਹੀਂ, ਕਿਉਂਕਿ ਸਾਰੀ ਜਗ੍ਹਾ ਹੀ ਉਹ ਰਮਿਆ ਹੋਇਆ। ਜਿਹੜੇ ਉਹਨੂੰ ਧਿਆ ਰਹੇ ਨੇ, ਚਾਹੇ ਕੋਈ ਠਾਕਰ ਨੂੰ ਮੰਨ ਕੇ ਪਾਲਿਆ, ਕ੍ਰਿਸ਼ਨ ਭਗਵਾਨ ਨੂੰ ਮੰਨ ਕੇ ਪਾਲਿਆ, ਰਾਮ ਭਗਵਾਨ ਨੂੰ ਮੰਨ ਕੇ ਪਾਲਿਆ, ਉਹ ਸਾਰਾ ਇੱਕ ਹੀ ਹੈ, ਦੂਜਾ ਹੈ ਹੀ ਨਹੀਂ ਕੋਈ। ਦੋਏ ਕਹੇ ਸੋ ਦੋ ਜਗ ਜਾਈ। ਇਸ ਕਰਕੇ ਪਿਆਰਿਓ ਆ ਜਿਹੜੇ ਸਮਾਗਮ ਨੇ ਇਹ ਸਿਰਫ ਸਾਨੂੰ ਜਨਾਉਣ ਵਾਸਤੇ, ਸਾਡੀ ਮੈਲ ਨੂੰ ਲਾਉਣ ਵਾਸਤੇ, ਕਿਉਂਕਿ ਗੁਰੂ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼। ਗੁਰੂ ਸਾਨੂੰ ਗਿਆਨ ਦਾ ਅੰਜਨ ਦਿੰਦਾ ਹੈ, ਸੁਰਮਾ ਪਾਉਂਦਾ ਸਾਡੇ ਅੱਖਾਂ 'ਚ, ਕਿ ਸਾਨੂੰ ਜੋ ਅਸੀਂ ਸੁਣਾਂਗੇ ਸਾਡੇ ਤੇ ਅਸਰ ਹੋਊ। ਉਹਦਾ ਉਹ ਜਿਹੜਾ ਅਸਰ ਹੈ ਉਹ ਸਾਡੇ ਸਦੀਵੀ ਕਾਲ ਤੱਕ ਨਾਲ ਜਾਊਗਾ। ਕੋਈ ਗੱਲ ਕਹੀ ਨਾ ਸਾਡੇ ਦਿਮਾਗ 'ਚ ਰਹਿ ਜਾਂਦੀ ਹੈ, ਕੋਈ ਵੀ ਬਚਨ ਕਰਿਆ ਹੋਇਆ। ਜੇ ਮਾੜੀ ਗੱਲ ਸੁਣੀ ਛੇਤੀ ਅਸਰ ਕਰ ਜਾਂਦੀ ਹੈ, ਬਾਕੀ ਜਿਹੜੀ ਸੱਤ ਦੀ ਗੱਲ ਹੈ ਉਹਨੂੰ ਸਮਾਉਣਾ ਬਹੁਤ ਔਖਾ ਹੈ। ਮਾੜੀਆਂ ਚੀਜ਼ਾਂ ਤਾਂ ਛੇਤੀ ਪਚ ਜਾਂਦੀਆਂ ਨੇ, ਜਿਹੜੀਆਂ ਹਲਕੀਆਂ ਹੁੰਦੀਆਂ ਨੇ। ਜੇ ਦੇਸੀ ਘਿਓ ਖਾਣਾ ਪੈ ਜਾਵੇ ਉਹਨੂੰ ਸਾਂਭਣ ਵਾਸਤੇ ਵਰਜਿਸ਼ ਕਰਨੀ ਪੈਂਦੀ ਹੈ। ਦੇਸੀ ਘਿਓ ਨੂੰ ਸਾਂਭਣ ਵਾਸਤੇ ਵਰਜਿਸ਼ ਕਰਨੀ ਪੈਂਦੀ ਹੈ, ਨਹੀਂ ਅਟੈਕ ਵੀ ਹੋ ਜਾਂਦਾ ਜੇ ਜ਼ਿਆਦਾ ਖਾਣ ਲੱਗ ਜੇ ਬੰਦਾ। ਇਸੇ ਤਰ੍ਹਾਂ ਜਿਹੜੀ ਇਹ ਰਸਤਾ ਹੈ ਨਾ, ਇਹ ਦੇਸੀ ਘਿਓ ਵਰਗਾ ਖਾਲਸਾ ਹੈ। ਇਹ ਖਾਲਸਾ ਹੈ, ਖਾਲਸਾ ਹੈ ਜਿਹੜਾ ਇਹ ਸੁੱਧ ਹੈ, ਜਿਹਨੂੰ ਖਾਲਸਾ ਕਹਿ ਦਿੰਦੇ ਆ ਆਪਾਂ। ਖਾਲਸਾ ਕੋਈ ਵੀ ਖਾਲਸਾ ਸੁੱਧ ਨੂੰ ਕਹਿੰਦੇ ਆ। ਜਿਹੜਾ ਗੁਰੂ ਦੇ ਵਚਨ ਤੇ ਚੱਲਦਾ ਹੈ ਉਹ ਖਾਲਸਾ ਹੈ ਪਿਆਰਿਓ, ਸੁੱਧ ਹੈ। ਤੇ ਉਹ ਜਿਹੜਾ ਸੁੱਧ ਹੈ ਉਹ ਉਹੀ ਹੋ ਸਕਦਾ ਜਿਹਨੂੰ ਗੁਰੂ ਦੇ ਨਾਲ ਪ੍ਰੇਮ ਹੋ ਗਿਆ। ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ। ਕਹਿੰਦੇ ਅਕਾਲ ਪੁਰਖ ਦੀ ਆਗਿਆ ਪਈ, ਫਿਰ ਇਹ ਪੰਥ ਚੱਲੇ ਆ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੂ ਮੈਨੇ ਅੰਧਕਾਰ, ਰੂ ਮੈਨੇ ਪ੍ਰਕਾਸ਼। ਜਿਹੜਾ ਸਾਨੂੰ ਅੰਧੇਰੇ ਚੋਂ ਦੂਰ ਕਰ ਲਵੇ, ਗੁਰੂ। ਅੰਧੇਰੇ ਤੋਂ ਅਸੀਂ ਦੂਰ ਉਦੋਂ ਜਾ ਸਕਦੇ ਹਾਂ ਜਦੋਂ ਅਸੀਂ ਬਲਬ ਜਲਾ ਲਾਂਗੇ ਗਿਆਨ ਦਾ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਇਹਨੂੰ ਆਏ ਨਾ ਸਮਝਿਓ ਵੀ ਕਾਗਜ਼ ਨੇ, ਆਏ ਨਾ ਸਮਝਿਓ। ਇਹਨੂੰ ਆਏ ਸਮਝਿਓ ਵੀ ਗੁਰੂ ਮੈਨੂੰ ਸ਼ਬਦ ਕਹਿ ਰਿਹਾ ਸਾਹਮਣੇ ਬੈਠਾ, ਆਏ ਨਾ ਸਮਝਿਓ। ਪ੍ਰਗਟ ਗੁਰਾਂ ਕੀ ਦੇਹ, ਜੋ ਮੋਕੋ ਮਿਲਬੋ ਚਾਹੇ ਖੋਜ ਸ਼ਬਦ ਮੇ। ਕੀ ਖੋਜਣਾ ਸ਼ਬਦ ਦੇ ਵਿੱਚ? ਉਹਦੇ ਦਾਇਰੇ ਦੇ ਵਿੱਚ ਆਉਣਾ ਹੈ। ਤੇ ਜਦੋਂ ਤੂੰ ਦਾਇਰੇ ਦੇ ਵਿੱਚ ਆ ਗਿਆ ਨਾ, ਤੈਨੂੰ ਦੂਸਰਾ ਦਿਖਣੋਂ ਹਟ ਜਾਣਾ ਹੈ। ਤੈਨੂੰ ਐਂ ਲੱਗਣਾ ਵੀ ਸਾਰੇ ਪਾਸੇ ਮੇਰਾ ਉਹੀ ਹੈ, ਦੂਸਰਾ ਨਹੀਂ ਕੋਈ। ਜਿਵੇਂ ਕ੍ਰਿਸ਼ਨ ਭਗਵਾਨ ਨਾ, ਕ੍ਰਿਸ਼ਨ ਭਗਵਾਨ ਹੁਣ ਗੋਪੀਆਂ ਨੇ ਹਜ਼ਾਰਾਂ ਗੋਪੀਆਂ ਨੇ, ਤੇ ਜਿੰਨੀਆਂ ਗੋਪੀਆਂ ਨੇ ਸਾਰਿਆਂ ਨੂੰ ਐਂ ਲੱਗਦਾ ਭਗਵਾਨ ਮੇਰੇ ਨਾਲ ਨੇ, ਮੇਰੇ ਨਾਲ ਨੇ, ਮੇਰੇ ਨਾਲ ਨੇ।
ਐਂ ਲੱਗਦਾ ਹੀ ਨਹੀਂ ਵੀ ਉਹਦੇ ਨਾਲ ਨੇ, ਨਾ ਐਂ ਲੱਗਦਾ ਭਗਵਾਨ ਮੇਰੇ ਨਾਲ ਨੇ। ਰਵਿਦਾਸ ਬੈਠਾ ਪੰਗਤ ਦੇ ਵਿੱਚ ਤੇ ਪੰਡਤਾਂ ਨੂੰ ਸਾਰਿਆਂ ਨੂੰ ਐਂ ਲੱਗਦਾ ਮੇਰੇ ਨਾਲ ਵੀ ਦੂਜਾ ਹੈ ਹੀ ਨਹੀਂ ਕੋਈ। ਕਹਿਣ ਤੋਂ ਭਾਵ ਹੈ ਜਦੋਂ ਦੁਬਿਧਾ ਖਤਮ ਹੋ ਗਈ, ਕਹਿੰਦੇ ਰੱਬ ਤੇ ਤੋਂ ਵੱਖ ਨਹੀਂ ਪਰ ਤੇਰੀ ਦੇਖਣ ਵਾਲੀ ਅੱਖ ਨਹੀਂ। ਬਸ ਅੱਖ ਦੇ ਵਿੱਚ ਨਾ ਜਿਹੜਾ ਮੋਤੀਆ ਬਿੰਦ ਆ ਗਿਆ ਨਾ, ਇਹ ਸਾਨੂੰ ਦੇਖਣ ਨਹੀਂ ਦਿੰਦਾ। ਪ੍ਰਕਾਸ਼ ਬਹੁਤ ਹੈ, ਆਤਮਾ ਔਰ ਪਰਮਾਤਮਾ ਇੱਕ ਹੀ ਨੂਰ ਜਹੂਰ, ਵਿੱਚ ਕਰ ਝਾਈ ਕਰਮ ਕੀ ਤਾਂ ਤੇ ਕਹੀਏ ਦੂਰ। ਸਾਡੇ ਕਰਮ ਐਸੇ ਹੋ ਗਏ, ਸਾਨੂੰ ਸੰਗਤ ਐਸੀ ਮਿਲ ਗਈ, ਸਾਡਾ ਵਿਹਾਰ ਐਸਾ ਹੋ ਗਿਆ, ਭਰਮਾਂ ਦੇ ਵਿੱਚ ਪੈ ਕੇ ਰੱਬ ਤੋਂ ਤਾਂ ਕੋਹਾਂ ਦੂਰ ਚਲੇ ਗਏ। ਅਸੀਂ ਦਾਇਰਿਆਂ ਦੇ ਨਾਲ ਬਸ ਇੱਥੇ ਕੇ ਖੜ ਗਿਆ ਸੰਸਾਰ। ਮੈਂ ਦੇਖਿਆ ਨੌਆਂ ਦੇ ਵਿੱਚ ਫਸ ਗਿਆ। ਕੋਈ ਪਾਣੀ ਕਹਿਣ ਲੱਗ ਗਿਆ, ਕੋਈ ਵਾਟਰ ਕਹਿਣ ਲੱਗ ਗਿਆ, ਕੋਈ ਆਬ ਕਹਿਣ ਲੱਗ ਗਿਆ। ਨੌ ਅਲੱਗ-ਅਲੱਗ ਨੇ। ਜੇ ਹੁਣ ਪਾਣੀ, ਜਿਹਨੂੰ ਪਾਣੀ ਬਾਰੇ ਪਤਾ, ਉਹ ਕਹੇ ਮੈਂ ਤਾਂ ਪਾਣੀ ਓ ਪੀਣਾ, ਮੈਂ ਵਾਟਰ ਨਹੀਂ ਪੀਣਾ। ਵਾਟਰ ਕੋਈ ਹੋਰ ਹੈ, ਆਪ ਕੋਈ ਹੋਰ ਹੈ। ਆਪ ਵੀ ਪਾਣੀ ਨੂੰ ਕਹਿੰਦੇ ਆ, ਪਰ ਗੱਲ ਸਾਡੀ ਸਮਝ ਦਾ ਫਰਕ ਪੈ ਗਿਆ। ਬੁਝਾਉਣੀ ਉਹਨੇ ਪਿਆਸੇ ਹੈ, ਸਾਰੇ ਇੱਕ ਹੀ ਨੇ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਉਹਨੂੰ ਭਾਵਨਾ ਦੇ ਨਾਲ ਜਪ, ਚਾਹੇ ਵਾਹਿਗੁਰੂ ਕਹਿ, ਚਾਹੇ ਰਾਮ ਕਹਿ, ਚਾਹੇ ਅੱਲਾ ਕਹਿ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਈ, ਕੋਈ ਸੇਵੇ ਗਸਈਆਂ, ਕੋਈ ਅੱਲਾਹ। ਸਾਰੇ ਉਹ ਪਰਮਾਤਮਾ ਦੇ ਨਾਂ ਨੇ। ਭਰਮ ਖਤਮ ਕਰਦੇ। ਜਿੱਦੇ ਭਰਮ ਕੱਟੇ ਗਏ ਨਾ, ਜਿੱਦੇ ਤੇਰੇ ਅੰਦਰੋਂ ਭਰਮ ਨਿਕਲ ਗਏ, ਉਦਾਂ ਹੀ ਸ਼ਾਂਤੀ, ਆਨੰਦ। ਬਸ ਉਸ ਤੋਂ ਅੱਗੇ ਕਹਿਣ ਦੀ ਗੱਲ ਨਹੀਂ ਪਿਆਰਿਓ। ਕਹਿਣ ਸੁਣ ਕੀ ਹੈ ਨਹੀਂ ਰੇ ਝੂਮ ਕਰਾ, ਦੇਖਾ ਹੀ ਪ੍ਰਵਾਨ ਸੁਣੋ ਰੇ ਝੂਮ ਕਰਾ। ਕਹਿੰਦੇ ਕਹਿਣ ਸੁਣ ਦੀ ਗੱਲ ਨਹੀਂ, ਕਹਿਬੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾਨ। ਉਹ ਫਿਰ ਕਹਿਣ ਸੁਣ ਦੀ, ਜਿਹੜਾ ਆਨੰਦ ਦੀ ਗੱਲ ਆਪਾਂ ਕੀ ਕਰਾਂਗੇ। ਉਹ ਜਿਹੜਾ ਆਨੰਦ ਹੈ, ਤੁਸੀਂ ਇਹ ਦੁਬਿਧਾ ਮਿਟਾ ਕੇ ਦੇਖ ਲਿਓ, ਤੁਹਾਨੂੰ ਮਿਲਦਾ ਕਿ ਨਹੀਂ ਮਿਲਦਾ। ਗੁਰਬਾਣੀ ਦੇ ਦਾਇਰੇ 'ਚ ਆ ਕੇ ਦੇਖ ਲਿਓ, ਤੁਹਾਨੂੰ ਇਹ ਆਨੰਦ ਮਿਲਦਾ ਕਿ ਨਹੀਂ ਮਿਲਦਾ। ਪਰ ਮਿਲਣਾ ਉਹਨੂੰ ਇਹ ਹੈ ਜਿਹੜਾ ਗੁਰਬਾਣੀ ਦੇ ਦਾਇਰੇ 'ਚ ਆ ਗਿਆ, ਗੁਰੂ ਦੀ ਆਗਿਆ 'ਚ ਆ ਗਿਆ, ਗੁਰੂ ਦੇ ਕਹਿਣੇ 'ਚ ਆ ਗਿਆ। ਜਿਹੜਾ ਐਵੇਂ ਗੱਲਾਂ ਮਾਰੀ ਗਿਆ, ਪ੍ਰਧਾਨਗੀ ਪਿੱਛੇ ਲੜਦਾ ਫਿਰੀ ਗਿਆ, ਐਵੇਂ ਗੁਰੂ ਘਰਾਂ ਝਗੜੇ ਪਾਉਂਦਾ ਫਿਰੀ ਗਿਆ, ਧਰਮਾਂ ਦੇ, ਮਜ਼ਹਬਾਂ ਦੇ, ਜਾਤਾਂ ਦੇ, ਪਾਤਾਂ ਦੇ। ਕਾਮੀ ਕ੍ਰੋਧੀ ਲਾਲਚੀ ਇਨਸੇ ਭਗਤੀ ਨਾ ਹੋਏ, ਭਗਤੀ ਕਰੇ ਕੋਈ ਸੂਰਮਾ ਜਾਤ ਵਰਨ ਕੁਲ ਕੋਏ। ਉਹਨੂੰ ਪ੍ਰਮਾਤਮਾ ਮਿਲਦਾ ਹੈ ਜਿਹੜਾ ਇਹ ਦੁਬਿਧਾ ਤੋਂ ਦੂਰ ਹੋ ਜਾਂਦਾ ਹੈ। ਸਾਨੂੰ ਨਾ ਬਾਬਾ ਅਮਰੀਕ ਸਿੰਘ ਜੀ ਮਹਾਰਾਜ ਤੇ ਸਾਨੂੰ ਨਾ ਸਾਰੇ ਹੈਰਾਨ ਹੁੰਦੇ ਨੇ, ਕਹਿੰਦੇ ਇਹ ਬੜੇ ਇਕੱਠੇ ਰਹਿੰਦੇ ਨੇ, ਇੱਕ ਲਾਲ ਕੱਪੜਿਆਂ ਵਾਲਾ ਤੇ ਇੱਕ ਚਿੱਟੇ ਕੱਪੜਿਆਂ ਵਾਲਾ। ਇਹ ਕਿਵੇਂ ਇਕੱਠੇ ਰਹਿੰਦੇ ਨੇ, ਕਿਵੇਂ ਇਕੱਠੇ ਰਹਿੰਦੇ ਨੇ। ਕਈ ਜਗ੍ਹਾ ਅਸੀਂ ਬਾਜੇ ਤੇ ਵੀ ਜਦੋਂ ਕੀਰਤਨ ਕਰਦੇ ਆ ਨਾ, ਮੈਂ ਉੱਠ ਖੜਦਾ, ਉਹ ਬਹਿ ਜਾਂਦੇ ਆ, ਜਾਂ ਉਹ ਉੱਠ ਖੜਦੇ ਆ, ਮੈਂ ਬਹਿ ਜਾਂਦਾ। ਸਾਰੇ ਹੈਰਾਨ ਜਿਹੇ ਹੋ ਜਾਂਦੇ ਨੇ। ਇਕੱਠੇ ਪਤਾ ਕਦੋਂ ਹੁੰਦੇ ਨੇ, ਜਦੋਂ ਅਸੀਂ ਉਹਨੂੰ ਜਾਣ ਲੈਂਦੇ ਆ। ਤੇ ਜਦੋਂ ਉਹਨੂੰ ਅਸੀਂ ਜਾਣਦੇ ਨਹੀਂ, ਦੂਜਾ ਸਮਝਦੇ ਆ, ਤੇ ਉਦੋਂ ਕੋਈ ਇਕੱਠਾ ਨਹੀਂ ਹੁੰਦਾ। ਜਦੋਂ ਆਪਣਾਪਣ ਹੋ ਜਾਂਦਾ ਹੈ, ਫਿਰ ਇਕੱਠੇ ਵੀ ਇਹੀ ਉਹ ਹੈ, ਉਹੀ ਉਹ ਹੈ। ਦੱਸੋ ਫਰਕ ਕੀ ਹੈ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਜਦੋਂ ਦੂਜਾ ਹੈ ਹੀ ਨਹੀਂ, ਫਿਰ ਅੰਤਰ ਕਿੱਥੋਂ ਰਹਿ ਜਾਣਾ। ਜੇ ਤਾਂ ਕਹੀਏ ਵੀ ਗੁਰਬਾਣੀ ਹੋਰ ਹੈ, ਜਾਂ ਗਰੀਬਦਾਸ ਮਹਾਰਾਜ ਦੀ ਬਾਣੀ ਹੋਰ ਹੈ, ਜਾਂ ਗੀਤਾ ਰਮਾਇਣ ਭਾਗਵਤ ਹੋਰ ਹੈ, ਉਹਨਾਂ 'ਚ ਕਿਸੇ ਹੋਰ ਰੱਬ ਦਾ ਵਰਣਨ ਹੈ, ਫਿਰ ਤਾਂ ਅਸੀਂ ਮੰਨੀਏ। ਜਦੋਂ ਇਹਦੇ ਵਿੱਚ ਜਿਨ੍ਹਾਂ ਨੇ ਉਹਨਾਂ ਨੂੰ ਮੰਨਿਆ, ਉਹਨਾਂ ਦੀ ਬਾਣੀ ਹੈ, ਫਿਰ ਦੂਜਾ ਹੈ ਹੀ ਨਹੀਂ ਕੋਈ, ਫਿਰ ਸਾਡੇ 'ਚ ਕੀ ਫਰਕ ਹੋਣਾ ਭਾਈ। ਇਸੇ ਕਰਕੇ ਐਵੇਂ ਆਪਾਂ ਜਿੰਨੇ ਬੈਠੇ ਆ ਨਾ, ਆਪਣੇ ਸਾਰਿਆਂ 'ਚ ਕੋਈ ਫਰਕ ਨਹੀਂ ਹੈ। ਭਾਵੇਂ ਕੋਈ ਲਾਲ ਕੱਪੜੇ ਪਾ ਲਓ, ਭਾਵੇਂ ਚਿੱਟੇ ਪਾ ਲਓ, ਭਾਵੇਂ ਹਰੇ ਪਾ ਲਓ, ਭਾਵੇਂ ਗਾਤਰਾ ਪਾ ਲਓ, ਭਾਵੇਂ ਜੋ ਮਰਜ਼ੀ ਪਾ ਲਓ, ਉਹ ਤੇਰਾ ਮਨ ਹੈ। ਚਾਹੇ ਤੂੰ ਗੋਲ ਪੱਗ ਬੰਨ ਲੈ, ਚਾਹੇ ਟੂਟੀ ਵਾਲੀ ਬੰਨ ਲੈ, ਚਾਹੇ ਦਮਾਲਾ ਬੰਨ ਲੈ, ਤੇਰੀ ਮਰਜ਼ੀ ਹੈ, ਜੋ ਮਰਜ਼ੀ ਬੰਨ ਲੈ। ਪਰ ਕੰਮ ਜਿਹੜਾ ਪੱਗ ਨੇ ਕਰਨਾ ਹੈ, ਉਹ ਚਾਹੇ ਗੋਲ ਬੰਨ ਲਈ, ਚਾਹੇ ਟੂਟੀ ਵਾਲੀ ਬੰਨ ਲਈ, ਉਹਨੇ ਉਹੀ ਕਰਨਾ ਹੈ। ਇਸੇ ਕਰਕੇ ਰੱਬ ਇੱਕ ਹੀ ਹੈ ਪਿਆਰਿਆ, ਚਾਹੇ ਜਿਵੇਂ ਮਰਜ਼ੀ ਮੰਨ ਲੈ। ਪਰ ਗੱਲ ਉਦਾਂ ਹੀ ਮੁੱਕਣੀ ਹੈ। ਇੱਕ ਗੱਲ ਹੋਰ ਚੇਤੇ ਰੱਖੀ, ਤੇਰੀ ਭਾਵਨਾ ਬਣ ਗਈ, ਤੇਰੀ ਭਾਵਨਾ ਬਣ ਗਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ, ਤੇਰੀ ਭਾਵਨਾ ਬਣ ਗਈ ਕ੍ਰਿਸ਼ਨ ਭਗਵਾਨ ਤੇ, ਤੇਰੀ ਭਾਵਨਾ ਬਣ ਗਈ ਦੇਹਧਾਰੀ ਗੁਰੂ ਤੇ, ਜਿੱਥੇ ਮਰਜ਼ੀ ਬਣ ਗਈ।
ਜਦੋਂ ਉਹਦਾ ਤੈਂ ਸੱਚਾ ਗਿਆਨ ਲੈ ਲਿਆ ਨਾ, ਜਿੱਥੇ ਵੀ ਜਾ ਕੇ ਤੂੰ ਝੁਕੇਗਾ ਨਾ, ਜਿੱਥੇ ਵੀ ਜਿਹਦੇ ਤੇ ਤੇਰੀ ਭਾਵਨਾ, ਉਹਦੇ ਵਿੱਚ ਤੈਨੂੰ ਉਹ ਦਿਸੂਗਾ। ਕਿਉਂ? ਕਿਉਂਕਿ ਸਭ ਘਟ ਮੇਰਾ ਸਾਈਂ ਹੈ, ਉਹ ਤੋਂ ਬਿਨਾ ਕੋਈ ਸੱਤਾ ਖਾਲੀ ਨਹੀਂ ਹੈ। ਇਸ ਕਰਕੇ ਰਹੋ ਵਿਚਾਰ। ਆਓ ਜਿੱਥੋਂ ਧਾਰਨਾ ਪੜੀ ਸੀ ਉਹੀ ਧਾਰਨਾ ਪੜ ਕੇ ਸਮਾਪਤੀ ਕਰੀਏ। ਪਿਆਰੇ ਜਿੱਧਰ ਵੀ ਦੇਖਾਂ ਮੈਨੂੰ ਤੂੰ ਦਿਸਦਾ, ਜੀ ਮੈਂ ਜਿੱਧਰ ਵੀ ਦੇਖਾਂ ਮੈਨੂੰ ਤੂੰ ਦਿਸਦਾ। ਪਿਆਰੇ ਜਿੱਧਰ ਵੀ ਦੇਖਾਂ ਮੈਨੂੰ ਤੂੰ ਦਿਸਦਾ, ਜੀ ਮੈਂ ਜਿੱਧਰ ਵੀ ਦੇਖਾਂ ਇੱਕ ਤੂੰ ਦਿਸਦਾ, ਜੀ ਮੈਂ ਜਿੱਧਰ ਵੀ ਦੇਖਾਂ ਮੈਨੂੰ ਤੂੰ ਦਿਸਦਾ, ਜੀ ਮੈਂ ਜਿੱਧਰ ਵੀ ਦੇਖਾਂ ਮੈਨੂੰ ਤੂੰ ਦਿਸਦਾ। ਤੂੰ ਦਿਸਦਾ, ਤੂੰ ਦਿਸਦਾ, ਤੂੰ ਦਿਸਦਾ ਸੱਚ। ਉਹ ਤੂੰ ਦਿਸਦਾ ਮੈਨੂੰ ਤੂੰ ਦਿਸਦਾ, ਮੈਨੂੰ ਤੂੰ ਦਿਸਦਾ ਤੂੰ ਦਿਸਦਾ, ਮੈਨੂੰ ਤੂੰ ਦਿਸਦਾ, ਮੈਨੂੰ ਤੂੰ ਦਿਸਦਾ ਤੂੰ ਦਿਸਦਾ ਸੱਚ। ਤੂੰ ਦਿਸਦਾ ਮੈਨੂੰ, ਤੂੰ ਦਿਸਦਾ, ਤੂੰ ਦਿਸਦਾ ਮੈਨੂੰ ਤੂੰ ਦਿਸਦਾ, ਮੈਨੂੰ ਤੂੰ ਦਿਸਦਾ। ਤੂੰ ਦਿਸਦਾ ਮੈਨੂੰ ਤੂੰ ਦਿਸਦਾ, ਮੈਨੂੰ ਤੂੰ ਦਿਸਦਾ ਜੀ ਮੈਂ ਜਿੱਧਰ ਵੀ ਦੇਖਾਂ, ਜਿੱਧਰ ਵੀ ਦੇਖਾਂ ਮੈਨੂੰ ਤੂੰ ਦਿਸਦਾ, ਜੀ ਮੈਂ ਜਿੱਧਰ ਵੀ ਦੇਖਾਂ ਮੈਨੂੰ ਤੂੰ ਦਿਸਦਾ। ਜੀ ਮੈਂ ਜਿੱਧਰ ਵੀ ਦੇਖਾਂ ਮੈਨੂੰ ਤੂੰ ਦਿਸਦਾ, ਜੀ ਮੈਂ ਜਿੱਧਰ ਵੀ ਦੇਖਾਂ ਮੈਨੂੰ ਤੂੰ ਦਿਸਦਾ। ਜੀ ਮੈਂ ਜਿੱਧਰ ਵੀ ਦੇਖਾਂ ਮੈਨੂੰ ਤੂੰ ਦਿਸਦਾ, ਜੀ ਮੈਂ ਜਿੱਧਰ ਵੀ ਦੇਖਾਂ ਮੈਨੂੰ ਤੂੰ ਦਿਸਦਾ। ਸਭ ਘਟ ਮੇਰਾ